ਵਾਹਿਗੁਰੂ ਸਾਹਿਬ ਜੀਓ। ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੂ ਦੁਆਰ। ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਾਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ। RAM ਰਤਨ ਤਬ ਪਾਈਐ, ਜੋ ਪਹਿਲੇ ਤਜਹਿ ਸਰੀਰ। ਕਬੀਰ ਝਾਂਖ ਨਾ ਝਾਂਖੀਐ, ਤੁਮਰੋ ਕਹਿਓ ਨਾ ਹੋਏ। ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੈ ਕੋਏ। ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸੰਗਤਾਂ ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ, ਉਹਨਾਂ ਦੇ ਸ਼ਲੋਕਾਂ ਦੀ ਕਥਾ ਸਰਵਣ ਕਰ ਰਹੇ ਹੋ। ਤਰ੍ਹਾਂ ਤਰ੍ਹਾਂ ਦੇ ਜਗਿਆਸੂ ਆਉਂਦੇ ਹਨ, ਉਹਨਾਂ ਨੂੰ ਭਗਤ ਕਬੀਰ ਜੀ ਜੋ ਜੋ ਉਹਨਾਂ ਦਾ ਅਧਿਕਾਰ ਹੁੰਦਾ ਹੈ, ਜਿਹੋ ਜਿਹੀ ਉਹਨਾਂ ਨੂੰ ਲੋੜ ਹੁੰਦੀ ਹੈ, ਉਹੋ ਜਿਹਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਵੇਂ ਕਿਸੇ ਡਾਕਟਰ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਮਰੀਜ਼ ਜਾਂਦੇ ਹਨ, ਜਿਹੋ ਜਿਹੀ ਕਿਸੇ ਨੂੰ ਬਿਮਾਰੀ ਹੁੰਦੀ ਹੈ, ਡਾਕਟਰ ਉਹੋ ਜਿਹੀ ਦਵਾਈ ਉਸ ਨੂੰ ਦੇ ਦਿੰਦਾ ਹੈ। ਹੁਣ ਭਗਤ ਕਬੀਰ ਜੀ ਕਾਂਸ਼ੀ ਵਿੱਚ ਰਹਿੰਦੇ ਸਨ। ਉਹਨਾਂ ਦੀ ਮਹਿਮਾ ਦੂਰ ਦੂਰ ਤੱਕ ਫੈਲੀ ਹੋਈ ਸੀ। ਕਈ ਨਵੇਂ ਜਗਿਆਸੂ ਉਹਨਾਂ ਦੇ ਕੋਲ ਆਉਂਦੇ। ਉਹਨਾਂ ਵਿੱਚੋਂ ਇੱਕ ਆਦਮੀ ਕਾਂਸ਼ੀ ਵਿੱਚ ਆਇਆ ਅਤੇ ਰਸਤੇ ਵਿੱਚ ਹੀ ਕਬੀਰ ਭਗਤ ਜੀ ਮਿਲ ਗਏ। ਇਸ ਨੂੰ ਪਤਾ ਨਹੀਂ ਸੀ ਇਹੀ ਕਬੀਰ ਜੀ ਹਨ। ਉਹਨੇ ਅਚਾਨਕ ਪੁੱਛ ਲਿਆ, ਤੁਸੀਂ ਕੌਣ ਹੋ? ਤਾਂ ਭਗਤ ਕਬੀਰ ਜੀ ਕਹਿਣ ਲੱਗੇ, ਮੈਂ ਕਬੀਰ ਹਾਂ। ਕਹਿੰਦਾ, ਹੈਂ ਤੂੰ ਕਬੀਰ ਹੈ? ਬੜੀ ਹੈਰਾਨੀ ਦੇ ਨਾਲ ਪੁੱਛਿਆ। ਹੁਣ ਭਗਤ ਕਬੀਰ ਜੀ ਜਿਹੜੇ ਮਾਹੌਲ ਦੇ ਵਿੱਚ, ਜਿਹੜੇ ਅੰਦਾਜ਼ ਦੇ ਵਿੱਚ ਉਸਨੇ ਗੱਲਬਾਤ ਕੀਤੀ, ਉਸ ਨੂੰ ਇਸ ਸ਼ਲੋਕ ਦੇ ਵਿੱਚ ਅੰਕਿਤ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ। ਉਹ ਨਵਾਂ ਪ੍ਰੇਮੀ ਕਹਿੰਦਾ, ਤੁਸੀਂ ਕੌਣ ਹੋ? ਭਗਤ ਜੀ ਨੇ ਜਵਾਬ ਦਿੱਤਾ, ਮੈਂ ਕਬੀਰ ਹਾਂ। ਕਹਿਣ ਲੱਗੇ,
ਕਬੀਰਾ ਤੂੰ ਹੀ ਕਬੀਰ ਤੂੰ। ਉਹ ਕਬੀਰਾ ਤੂੰ ਹੀ ਕਬੀਰ ਹੈ, ਕਿਤੇ ਝੂਠ ਤੇ ਨਹੀਂ ਬੋਲਦਾ। ਤੇਰੋ ਨਾਮ ਕਬੀਰ, ਜੇ ਤੇਰਾ ਨਾਮ ਹੀ ਕਬੀਰ ਹੈ, ਤੂੰ ਸੱਚਮੁੱਚ ਉਹੀ ਕਬੀਰ ਭਗਤ ਹੈ। ਫਿਰ ਮੇਰਾ ਇੱਕ ਸਵਾਲ ਹੈ, ਮੈਂ ਨਾਮ ਲੈਣ ਵਾਸਤੇ ਆਇਆ ਹਾਂ ਅਤੇ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ। ਤਾਂ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, RAM ਰਤਨ ਤਬ ਪਾਈਐ, ਜੋ ਪਹਿਲੇ ਤਜਹਿ ਸਰੀਰ। ਭਗਤ ਕਬੀਰ ਜੀ ਕਹਿਣ ਲੱਗੇ, ਗੁਰਮੁਖਾ, ਵਾਹਿਗੁਰੂ ਦਾ ਨਾਮ ਰਤਨ ਵਾਂਗੂ ਅਮੋਲਕ ਹੈ। ਮਿਲਦਾ ਤਾਂ ਹੈ ਜੇ ਪਹਿਲਾਂ ਸਰੀਰ ਤਿਆਗ ਦਈਏ, ਭਾਵ ਮਰਨਾ ਕਬੂਲ ਕਰ ਲਈਏ। ਤੂੰ ਮਰਨ ਨੂੰ ਤਿਆਰ ਹੈ? ਜੇ ਮਰਨ ਨੂੰ ਤਿਆਰ ਹੈ ਫਿਰ ਤੈਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਸਕਦਾ, ਵਰਨਾ ਨਹੀਂ। ਕੰਚਨ ਸਿਉ ਪਾਇਆ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਸੋਨੇ ਚਾਂਦੀ ਦੇ ਬਦਲੇ ਵਾਹਿਗੁਰੂ ਦਾ ਨਾਮ ਨਹੀਂ ਮਿਲ ਸਕਦਾ। ਹਾਂ, ਮਨ ਦੇਣਾ ਪੈਂਦਾ ਹੈ, ਜਿੰਦ ਦੇਣੀ ਪੈਂਦੀ ਹੈ, ਜਾਨ ਗਵਾਉਣੀ ਪੈਂਦੀ ਹੈ, ਸਰੀਰ ਨੂੰ ਤਿਆਗਣਾ ਪੈਂਦਾ ਹੈ, ਫਿਰ ਉਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ, ਉਸ ਵੇਲੇ ਭਰੀ ਸਭਾ ਦੇ ਵਿੱਚ ਸਾਰੀ ਸੰਗਤ ਦੇ ਸਾਹਮਣੇ ਸਵਾਲ ਕੀਤਾ ਵੀ ਜੇ ਸਿੱਖ ਦਾ ਗੁਰੂ ਨਾਲ ਪਿਆਰ ਹੈ, ਉਹ ਆਪਣਾ ਸੀਸ ਭੇਟਾ ਕਰੇ। 3 ਵਾਰੀ ਬਚਨ ਕੀਤਾ। ਫਿਰ ਇੱਕ ਸਿੱਖ ਉੱਠਿਆ, ਭਾਈ ਦਇਆ ਰਾਮ। ਫਿਰ ਦੂਜਾ ਉੱਠਿਆ, ਧਰਮਦਾਸ। ਫਿਰ ਤੀਜਾ ਉੱਠਿਆ, ਹਿੰਮਤ ਰਾਏ। ਫਿਰ ਚੌਥਾ ਉੱਠਿਆ, ਮੋਹਕਮ ਚੰਦ। ਅਤੇ ਫਿਰ 5ਵੇਂ ਨੰਬਰ 'ਤੇ ਸਾਹਿਬ ਚੰਦ ਜੀ ਉੱਠੇ ਹਨ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਆਖਿਆ, ਭਾਈ ਸਿਰ ਦੇਣ ਲਈ ਤਿਆਰ ਹੋ? ਕਹਿੰਦੇ ਹਾਂ। ਪਿਛਵਾੜੇ ਤੰਬੂ ਵਿੱਚ ਲੈ ਗਏ। ਨੰਗੀ ਸ੍ਰੀ ਸਾਹਿਬ ਪਹਿਲਾਂ ਹੀ ਹੱਥ ਵਿੱਚ ਪਕੜੀ ਹੋਈ ਸੀ, ਉਹਨਾਂ ਦੇ ਸਿਰ ਕਲਮ ਕੀਤੇ। ਫਿਰ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਨਾਮ ਦੀ ਦਾਤ ਬਖਸ਼ੀ, ਗੁਰਮਤਿ ਨਾਮ ਦ੍ਰਿੜ ਕਰਵਾਇਆ। ਫਿਰ ਉਹਨਾਂ ਨੂੰ 5 ਪਿਆਰਿਆਂ ਦਾ ਖਿਤਾਬ ਦਿੱਤਾ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਜੇ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ ਤੇ ਸਿਰ ਧੜ ਦੀ ਬਾਜੀ ਲਿਆਉਣੀ ਪੈਂਦੀ ਹੈ, ਸਰੀਰ ਨੂੰ ਤਿਆਗਣਾ ਪੈਂਦਾ। ਦੂਜਾ ਇਹਦਾ ਅਰਥ ਇਹ ਵੀ ਮਹਾਂਪੁਰਖ ਕਰਦੇ ਹਨ, ਕਬੀਰਾ ਤੂੰ ਹੀ ਕਬੀਰ ਤੂੰ। ਭਗਤ ਕਬੀਰ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਦੇ ਨੇ। ਕਬੀਰ ਦਾ ਅਰਥ ਹੈ ਵੱਡਾ। ਵੱਡਾ ਕੌਣ ਹੈ? ਅਕਾਲ ਪੁਰਖ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਉਸ ਨੂੰ ਸੰਬੋਧਨ ਕਰਕੇ ਆਖਦੇ ਨੇ, ਕਬੀਰਾ, ਹੇ ਵਾਹਿਗੁਰੂ, ਤੂੰ ਪਹਿਲਾਂ ਵੀ ਵੱਡਾ ਸੀ। ਕਬੀਰ ਤੂੰ, ਹੁਣ ਵੀ ਤੂੰ ਵੱਡਾ ਹੈ। ਤੇਰੋ ਨਾਮ ਕਬੀਰ, ਤੇ ਤੇਰਾ ਨਾਮ ਵੀ ਵੱਡਾ ਹੈ। ਤੂੰ ਖੁਦ ਵੀ ਵੱਡਾ ਹੈ ਤੇ ਤੇਰਾ ਨਾਮ ਵੀ ਵੱਡਾ ਹੈ। ਪਰ ਜੇ ਕਿਸੇ ਨੇ ਤੇਰਾ ਨਾਮ ਪ੍ਰਾਪਤ ਕਰਨਾ ਹੋਵੇ, ਪਹਿਲਾਂ ਸਰੀਰ ਤਿਆਗਣਾ ਪੈਂਦਾ, ਜਿੰਦ ਕੁਰਬਾਨ ਕਰਨੀ ਪੈਂਦੀ ਹੈ, ਫਿਰ ਤੇਰੇ ਨਾਮ ਦਾ ਰਤਨ ਪ੍ਰਾਪਤ ਹੁੰਦਾ ਹੈ। ਕਬੀਰ ਝਾਂਖ ਨਾ ਝਾਂਖੀਐ, ਤੁਮਰੋ ਕਹਿਓ ਨਾ ਹੋਏ। ਲਓ ਹੁਣ ਅੱਗੇ ਜਿਹੜਾ ਸ਼ਲੋਕ ਆ ਰਿਹਾ ਹੈ, ਕਈ ਪਖੰਡੀ ਆਦਮੀ ਕਈ ਤਰ੍ਹਾਂ ਦੀਆਂ ਸ਼ੇਖੀਆਂ ਮਾਰਦੇ ਨੇ। ਅਸੀਂ ਰੱਬ ਤੋਂ ਜੋ ਮਰਜ਼ੀ ਕਰਵਾ ਸਕਦੇ ਹਾਂ, ਭਾਵੇਂ ਉਹਨਾਂ ਦੇ ਆਪਣੇ ਚੇਲੇ ਬਾਲੇ ਉਹ ਵੀ ਆਖੇ ਨਾ ਲੱਗਣ, ਪਰ ਝੂਠੀਆਂ ਫੜਾਂ ਮਾਰਨ ਵਾਸਤੇ ਤਿਆਰ ਰਹਿੰਦੇ ਨੇ। ਅਤੇ ਫਿਰ ਜੋ ਕਹਿੰਦੇ ਨੇ ਪਰਮੇਸ਼ਰ ਉਵੇਂ ਨਾ ਕਰੇ, ਅਤੇ ਫਿਰ ਪਰਮੇਸ਼ਰ ਦੇ ਉੱਤੇ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ ਨੇ ਵੀ ਰੱਬ ਨੇ ਆਹ ਕੰਮ ਠੀਕ ਨਹੀਂ ਕੀਤਾ। ਹੁਣ ਜਦੋਂ ਬੇਮੌਸਮੀ ਵਰਖਾ ਹੋ ਜਾਂਦੀ ਹੈ
ਕਈ ਲੋਕ ਰੱਬ ਨੂੰ ਕੋਸਣ ਲੱਗ ਜਾਂਦੇ ਨੇ, ਲੈ ਹੁਣ ਲੋੜ ਨਹੀਂ ਸੀ, ਹੁਣ ਮੀਂਹ ਪਾਈ ਜਾਂਦਾ ਰੱਬ। ਜਦੋਂ ਲੋੜ ਹੁੰਦੀ ਹੈ ਉਦੋਂ ਪਾਉਂਦਾ ਨਹੀਂ। ਭਗਤ ਕਬੀਰ ਜੀ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ, ਭਾਣੇ ਵਿੱਚ ਆਓ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਕਬੀਰ ਝੰਖ ਨਾ ਝੰਖੀ ਹੈ। ਕਬੀਰ ਭਗਤ ਜੀ ਕਹਿੰਦੇ ਨੇ, ਐਵੇਂ ਝਖਾਂ ਨਹੀਂ ਮਾਰਨੀਆਂ ਚਾਹੀਦੀਆਂ। ਝੰਖੀਆ ਦਾ ਅਰਥ ਹੁੰਦਾ ਹੈ ਮਾਰਨੀਆਂ। ਐਵੇਂ ਝਖਾਂ ਨਾ ਮਾਰੋ, ਬਕਵਾਸ ਨਾ ਕਰੋ, ਸ਼ੇਖੀਆਂ ਨਾ ਮਾਰੋ, ਤੁਮਰੋ ਕਹਿਓ ਨਾ ਹੋਏ, ਕਿਉਂਕਿ ਤੁਹਾਡਾ ਕਿਹਾ ਪੂਰਾ ਤਾਂ ਹੋਣਾ ਨਹੀਂ। ਤੁਸੀਂ ਕਹਿ ਦਿੰਦੇ ਹੋ ਪਰ ਤੁਹਾਡੀ ਗੱਲ ਪੂਰੀ ਤਾਂ ਹੁੰਦੀ ਨਹੀਂ। ਪਖੰਡੀ ਲੋਕ ਕਈਆਂ ਨੂੰ ਵਰ ਦਿੰਦੇ ਹਨ, ਕਈਆਂ ਨੂੰ ਸ਼ਰਾਪ ਵੀ ਦਿੰਦੇ ਨੇ, ਕਹਿੰਦੇ ਲੈ ਤੇਰੇ ਮੁੰਡਾ ਹੋਊਗਾ, ਹੋ ਜਾਂਦੀਆਂ ਕੁੜੀਆਂ, ਸਾਡੇ ਘਰਿਆਂ 'ਤੇ ਕੁਛ ਨਹੀਂ ਹੋਣਾ। ਇਸੇ ਲਈ ਭਗਤ ਜੀ ਕਹਿੰਦੇ ਨੇ, ਐਵੇਂ ਝਖਾ ਨਾ ਮਾਰੋ, ਕਿਸੇ ਨੂੰ ਵਰ ਸ਼ਰਾਪ ਨਾ ਦਿਓ, ਅਤੇ ਨਾ ਹੀ ਪਰਮੇਸ਼ਰ 'ਤੇ ਗਿਲੇ ਸ਼ਿਕਵੇ ਕਰੋ। ਤੁਹਾਡੇ ਕਿਹਾ ਕੁਝ ਵੀ ਹੋਣ ਵਾਲਾ ਨਹੀਂ ਹੈ। ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੈ ਕੋਇ। ਕਰੀਮ ਕਿਰਪਾ ਦੇ ਮੁਜੱਸਮੇ ਅਕਾਲ ਪੁਰਖ ਵਾਹਿਗੁਰੂ ਜੀ ਮਿਹਰਾਂ ਦੇ ਸਾਈਂ, ਉਹ ਸਾਡੇ 'ਤੇ ਪਹਿਲਾਂ ਹੀ ਕਰਮ ਦਾ ਅਰਥ ਹੈ ਬਖਸ਼ਾਂ ਕਰ ਰਹੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਾਨੂੰ ਲੋੜ ਹੈ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਉਹ ਸਾਨੂੰ ਸਭ ਦਾਤਾਂ ਪਹਿਲਾਂ ਹੀ ਬਖਸ਼ਿਸ਼ ਕਰ ਰਹੇ ਨੇ। ਮੇਟ ਨਾ ਸਾਕੈ ਕੋਈ, ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਕੋਈ ਮੇਟ ਨਹੀਂ ਸਕਦਾ, ਕੋਈ ਖੋਹ ਨਹੀਂ ਸਕਦਾ, ਕੋਈ ਵਧਾ ਘਟਾ ਨਹੀਂ ਸਕਦਾ। ਜੋ ਵਾਹਿਗੁਰੂ ਨੇ ਸਾਨੂੰ ਦੇਣਾ ਹੈ ਉਹ ਦੇ ਰਿਹਾ ਹੈ, ਪਰ ਅਸੀਂ ਜਦੋਂ ਲੋੜ ਤੋਂ ਵੱਧ ਮੰਗਦੇ ਹਾਂ ਅਤੇ ਵਾਹਿਗੁਰੂ ਨੂੰ ਪਤਾ ਵੀ ਇਹਨਾਂ ਨੂੰ ਹੁਣ ਲੋੜ ਨਹੀਂ, ਐਵੇਂ ਮੰਗੀ ਜਾਂਦੇ ਨੇ, ਅਤੇ ਫਿਰ ਤੇ ਉਹਨਾਂ ਨੂੰ ਉਸ ਵੇਲੇ ਭਾਣੇ ਵਿੱਚ ਆਉਣਾ ਚਾਹੀਦਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਇ। ਲੋਕ ਕਬੀਰ ਭਗਤ ਜੀ ਕਹਿੰਦੇ ਨੇ ਵੀ ਜਿਹੜੇ ਬੰਦਗੀ ਕਰਨ ਵਾਲੇ ਲੋਕ ਨੇ, ਜਦੋਂ ਉਹ ਵਾਹਿਗੁਰੂ ਦੀ ਭਗਤੀ ਕਰਦੇ ਹਨ ਫਿਰ ਉਹਨਾਂ ਦੀ ਪਰਖ ਹੁੰਦੀ ਹੈ। ਕਬੀਰ ਕਸੌਟੀ ਰਾਮ ਕੀ, ਜਿਹੜੀ ਉਸ ਵਾਹਿਗੁਰੂ ਦੀ ਕਸਵੱਟੀ ਹੈ ਨਾ, ਪਰਖ ਦੀ ਕਸਵੱਟੀ, ਉਹਦੇ ਉੱਤੇ ਹਰ ਕੋਈ ਖਰਾ ਨਹੀਂ ਉਤਰ ਸਕਦਾ। ਝੂਠਾ ਟਿਕਾਣਾ ਕੋਈ, ਜਿਹੜਾ ਝੂਠਾ ਆਦਮੀ ਹੈ, ਜਿਹੜਾ ਝੂਠ ਦੇ ਨਾਲ ਪਿਆਰ ਕਰਦਾ ਹੈ। ਕੁਫਰ ਗੋ ਕੁਫਰਾਣਾ ਪਿਆ ਦੱਜ ਸੀ। ਝੂਠ ਬੋਲਣ ਵਾਲਾ ਇਨਸਾਨ, ਕੁਫਰ ਦਾ ਘਰ ਕੀ ਹੈ? ਨਰਕ। ਉਹ ਨਰਕਾਂ ਵਿੱਚ ਪੈ ਕੇ ਸੜਦਾ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਜਿਹੜਾ ਝੂਠਾ ਆਦਮੀ ਹੈ, ਜਿਹੜਾ ਝੂਠੇ ਸੰਸਾਰ ਦੇ ਨਾਲ, ਝੂਠੀ ਦੁਨੀਆ ਦੇ ਨਾਲ ਪਿਆਰ ਕਰਦਾ ਹੈ, ਕਬੀਰ ਭਗਤ ਜੀ ਫਰਮਾਉਂਦੇ ਹਨ, ਉਹ ਵਾਹਿਗੁਰੂ ਦੀ ਪਰਖ ਦੇ ਅੱਗੇ ਪੂਰਾ ਨਹੀਂ ਟਿਕ ਸਕਦਾ। ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਹਾਂ, ਉਸ ਰਾਮ ਵਾਹਿਗੁਰੂ ਦੀ ਕਸਵੱਟੀ ਨੂੰ ਉਹੀ ਸਹਾਰਦਾ ਹੈ ਜੋ ਮਰ ਜੀਵੜਾ ਹੋਵੇ। ਮਰ ਜੀਵੜਾ ਕਿਹਨੂੰ ਕਹਿੰਦੇ ਸਨ? ਪੁਰਾਣੇ ਸਮੇਂ ਦੇ ਵਿੱਚ ਜਿਹੜੇ ਵੱਡੇ ਵੱਡੇ ਧਨੀ ਲੋਕ ਸਨ, ਉਹ ਗੋਤਾਖੋਰਾਂ ਨੂੰ ਕੁਝ ਪੈਸੇ ਦਿੰਦੇ ਅਤੇ ਫਿਰ ਉਹਨਾਂ ਨੂੰ ਕਹਿੰਦੇ, ਤੁਸੀਂ ਸਮੁੰਦਰ ਦੇ ਵਿੱਚ ਡੂੰਘੀ ਚੁੱਭੀ ਮਾਰੋ, ਸਮੁੰਦਰ ਦੇ ਤਲ ਤੋਂ ਕੋਈ ਟੋਕਰੀ ਵਗੈਰਾ, ਕੋਈ ਹੋਰ ਕੜਾਹੀਆ ਵਗੈਰਾ ਬਰਤਨ ਲੈ ਕੇ ਜਾਓ ਅਤੇ ਉਸ ਦੇ ਸਮੁੰਦਰ ਦੇ ਤਲੇ ਤੋਂ ਹੇਠੋਂ ਮਿੱਟੀ, ਰੇਤਾ, ਜੋ ਵੀ ਕੁਛ ਮਿਲਦਾ ਉਹ ਕੱਢ ਕੇ ਬਾਹਰ ਲਿਆਓ। ਤੁਹਾਨੂੰ ਉਸ ਦੇ ਬਦਲੇ ਅਸੀਂ 150 ਰੁਪਏ ਦੇਵਾਂਗੇ, 1000 ਦੇਵਾਂਗੇ। ਕੀਮਤ ਪਹਿਲਾਂ ਮਿਥ ਲੈਂਦੇ ਸਨ। ਫਿਰ ਉਹ ਮਰ ਜੀਵੜੇ ਲੋਕ, ਗੋਤਾਖੋਰ, ਸਮੁੰਦਰ ਵਿੱਚ ਡੂੰਘੀ ਚੁੱਭੀ ਲਾਉਂਦੇ। ਉਹਨਾਂ ਦੀ ਇੰਨੀ ਪ੍ਰੈਕਟਿਸ ਹੁੰਦੀ ਸੀ, ਉਹ ਘੰਟਾ ਘੰਟਾ 2-2 ਘੰਟੇ ਬਿਨਾਂ ਆਕਸੀਜਨ ਤੋਂ ਪਾਣੀ ਵਿੱਚ ਗੋਤਾ ਮਾਰ ਲੈਂਦੇ ਸਨ। ਸਮੁੰਦਰ ਦੇ ਡੂੰਘੇ ਤਲ ਤੋਂ ਜਾ ਕੇ ਹੀਰੇ ਮੋਤੀਆਂ ਨੂੰ ਲੱਭ ਕੇ ਲਿਆਉਂਦੇ ਸਨ। ਉਹਨਾਂ ਨੂੰ ਮਰ ਜੀਵੜੇ ਕਹਿੰਦੇ ਸਨ। ਲਓ, ਇੱਥੇ ਭਗਤ ਕਬੀਰ ਜੀ ਫਰਮਾਉਂਦੇ ਹਨ,
ਉਸ ਵਾਹਿਗੁਰੂ ਦੀ ਕਸਵੱਟੀ ਨੂੰ ਉਹੀ ਸਹਾਰਦਾ ਹੈ ਜਿਹੜਾ ਮਰ ਜੀਵੜਾ ਹੋਵੇ। ਦੂਸਰਾ ਇਹਦਾ ਅੰਤਰੀਵ ਅਰਥ ਇਹ ਵੀ ਹੈ, ਮਰ ਜੀਵੜਾ, ਜਿਹੜਾ ਜਿਉਂਦੇ ਜੀ ਮਰ ਕੇ ਜਿਸ ਨੇ ਆਤਮਿਕ ਜੀਵਨ ਪ੍ਰਾਪਤ ਕਰ ਲਿਆ ਹੈ, ਜੀਵਤ ਭਾਵ ਤੋਂ ਮਰ ਗਿਆ ਹੈ, ਤੇ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਜੋ ਮਰ ਜੀਵਾ ਹੋਏ, ਜਿਸ ਨੂੰ ਮਰ ਕੇ ਜਿਉਣ ਦੀ ਜਾਚ ਆ ਜਾਂਦੀ ਹੈ, ਜਿਹੜਾ ਸਰੀਰ ਦਾ ਮੋਹ ਛੱਡ ਕੇ, ਦੇਹ ਅਧਿਆਸ ਛੱਡ ਕੇ ਆਤਮਿਕ ਜੀਵਨ ਪ੍ਰਾਪਤ ਕਰ ਲਵੇ, ਉਹ ਪਰਮੇਸ਼ਰ ਦੀ ਕਸਵੱਟੀ ਤੇ ਖਰਾ ਉਤਰਦਾ ਹੈ। ਕਬੀਰ ਊਜਲ ਪਹਿਰਹਿ ਕਾਪਰੇ, ਪਾਨ ਸੁਪਾਰੀ ਖਾਹੇ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਕਈ ਲੋਕ ਐਨ ਚਿੱਟੇ ਦੁੱਧ ਵਰਗੇ ਕੱਪੜੇ ਪਾ ਕੇ ਨਿਕਲਦੇ ਨੇ ਤੇ ਫਿਰ ਪਾਨ ਸੁਪਾਰੀ ਖਾਹੇ, ਪਾਨ ਤੇ ਸੁਪਾਰੀ ਦੇ ਬੀੜੇ ਮੂੰਹ ਵਿੱਚ ਖਾਂਦੇ ਨੇ। ਖਾਸ ਕਰਕੇ ਯੂਪੀ ਬਿਹਾਰ ਦੇ ਇਲਾਕੇ ਵਿੱਚ ਲੋਕ ਪਾਨ ਸੁਪਾਰੀ ਬਹੁਤ ਖਾਂਦੇ ਨੇ, ਉਸ ਵੇਲੇ ਵੀ ਖਾਂਦੇ ਸਨ। ਉਹਨਾਂ ਦਾ ਇੱਕ ਸ਼ੌਕ ਸੀ, ਚਿੱਟੇ ਕੱਪੜੇ ਪਾ ਕੇ ਨਿਕਲਣਾ, ਮੂੰਹ ਵਿੱਚ ਪਾਨ ਚੱਬਣਾ, ਇਹਦੇ ਵਿੱਚ ਆਪਣੀ ਸ਼ਾਨ ਸਮਝਦੇ ਸਨ। ਏਕਸ ਹਰਿ ਕੇ ਨਾਮ ਬਿਨ, ਬਾਦੇ ਜਮਪੁਰ ਜਾਹੇ। ਗਰੀਬ ਨਵਾਜ ਭਗਤ ਕਬੀਰ ਜੀ ਫਰਮਾਉਂਦੇ ਹਨ ਵੀ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉਹ ਮਨੁੱਖ ਜਿਹੜੇ ਚਿੱਟੇ ਕੱਪੜੇ ਪਾ ਕੇ ਪਾਨ ਸੁਪਾਰੀ ਖਾਂਦੇ ਫਿਰਦੇ ਨੇ, ਬਾਦੇ ਜਮਪੁਰ ਜਾਹੇ, ਜਮਾਂ ਦੀ ਪੁਰੀ ਵਿੱਚ ਬੱਝੇ ਹੋਏ, ਜਮਾਂ ਦੀ ਪੁਰੀ ਵਿੱਚ ਜਾਂਦੇ ਨੇ। ਜਮ ਉਹਨਾਂ ਨੂੰ ਬੰਨ੍ਹ ਕੇ ਗਲ ਸੰਗਲ ਕੱਤ ਚਲਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ। ਜਦੋਂ ਦੁਨੀਆਦਾਰ ਮਾਇਆਧਾਰੀ ਆਦਮੀ ਮਰਦਾ ਹੈ ਤੇ ਜਮਦੂਤ ਗਲ ਵਿੱਚ ਸੰਗਲ ਪਾ ਕੇ ਉਸ ਨੂੰ ਜਮਪੁਰੀ ਵਿੱਚ ਲੈ ਜਾਂਦੇ ਹਨ। ਕਬੀਰ ਬੇੜਾ ਜਰਜਰਾ, ਫੂਟੇ 6,000। ਲੋ ਭਗਤ ਕਬੀਰ ਜੀ ਸਮੁੰਦਰ ਦੇ ਕਿਨਾਰੇ ਬੈਠੇ ਸਨ। ਇੱਕ ਕੋਈ ਪੁਰਾਣਾ ਬੇੜਾ ਸੀ, ਉਹਦੇ ਉੱਤੇ ਬਹੁਤ ਸਾਰੇ ਲੋਕ ਅਸਵਾਰ ਸਨ। ਜਦੋਂ ਸਮੁੰਦਰ ਵਿੱਚ ਗਿਆ, ਉਹ ਫੁੱਟ ਗਿਆ। ਹਜ਼ਾਰਾਂ ਛੇਕ ਸੁਰਾਖ ਉਹਦੇ ਵਿੱਚ ਪੈ ਗਏ ਤੇ ਜਿਹੜਾ ਮਲਾਹ ਸੀ ਉਹ ਕਹਿਣ ਲੱਗਾ, ਭਾਈ ਜੇ ਹੁਣ ਕਿਸੇ ਕੋਲੋਂ ਬਚਿਆ ਜਾਂਦਾ ਹੈ ਤੇ ਉਹ ਸਮੁੰਦਰ ਵਿੱਚ ਛਾਲ ਮਾਰ ਦਿਓ, ਤੁਸੀਂ ਹੁਣ ਤਰ ਕੇ ਸਮੁੰਦਰ ਦੇ ਕਿਨਾਰੇ ਲੱਗ ਸਕਦੇ ਹੋ, ਵਰਨਾ ਹੋਰ ਤੁਹਾਡੇ ਬਚਣ ਦਾ ਕੋਈ ਤਰੀਕਾ ਨਹੀਂ ਹੈ। ਪਰ ਹੁਣ ਕਬੀਰ ਭਗਤ ਜੀ ਉਹ ਸਾਰਾ ਸੀਨ ਦੇਖ ਰਹੇ ਸਨ। ਜਿਹੜੇ ਤਾਂ ਤਰਨਾ ਜਾਣਦੇ ਸਨ, ਜਿਨ੍ਹਾਂ ਦੇ ਕੋਲੇ ਭਾਰ ਨਹੀਂ ਸੀ, ਉਹ ਤਾਂ ਸਮੁੰਦਰ ਤਰ ਕੇ ਕਿਨਾਰੇ ਆ ਲੱਗੇ, ਤੇ ਜਿਹੜੇ ਬਹੁਤੇ ਭਾਰ ਚੱਕੀ ਫਿਰਦੇ ਸਨ, ਵੱਡੇ ਵੱਡੇ ਬੈਗ, ਵੱਡੇ ਵੱਡੇ ਟੈਚੀ, ਤੇ ਫਿਰ ਉਹ ਵਿੱਚੇ ਡੁੱਬ ਗਏ। ਭਗਤ ਕਬੀਰ ਜੀ ਉਹ ਸੀਨ ਨੂੰ ਦੇਖ ਕੇ ਕਹਿੰਦੇ ਨੇ, ਕਬੀਰ ਬੇੜਾ ਜਰਜਰਾ, ਬਈ ਇਹ ਜਿਹੜਾ ਬੇੜਾ ਸੀ, ਜਰਜਰਾ ਦਾ ਅਰਥ ਵੀ ਬਹੁਤ ਜਰਜਰੀ ਪੂਤ, ਬਹੁਤ ਪੁਰਾਣਾ ਘਸਿਆ ਪਿਟਿਆ ਸੀ। ਲੋਕ ਭੁਲੇਖੇ ਨਾਲ ਇਹਦੇ ਉੱਤੇ ਸਵਾਰ ਹੋ ਗਏ ਵੀ ਸ਼ਾਇਦ ਸਾਨੂੰ ਸਮੁੰਦਰੋਂ ਪਾਰ ਕਰ ਦੇਵੇਗਾ। ਫੂਟੇ 6,000, ਪਰ ਜਦੋਂ ਸਮੁੰਦਰ ਵਿੱਚ ਗਿਆ ਉਹਦੇ ਹਜ਼ਾਰਾਂ ਹੀ ਛੇਕ ਖੁੱਲ੍ਹ ਗਏ, ਉਹਦੇ ਵਿੱਚ ਮੋਰੀਆਂ ਹੋ ਗਈਆਂ। ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਮਗਰ ਜਦੋਂ ਬੇੜਾ ਡੁੱਬਣ ਲੱਗਿਆ, ਮਲਾਹ ਨੇ ਵਾਰਨਿੰਗ ਦਿੱਤੀ, ਭਾਈ ਛਾਲਾਂ ਮਾਰ ਦਿਓ, ਜਿਹੜੇ ਤਰਨਾ ਜਾਣਦੇ ਨੇ ਉਹ ਤਰ ਕੇ ਪਾਰ ਹੋ ਜਾਓ, ਤੇ ਬਾਕੀਆਂ ਦਾ ਆਪੇ ਹੀ ਜੋ ਕੁਝ ਹੋਣਾ ਹੋਵੇਗਾ ਹਿਸਾਬ ਕਿਤਾਬ ਹੋ ਜਾਵੇਗਾ। ਜਿਹੜੇ ਹਰੂਏ ਦਾ ਅਰਥ ਹੈ ਹੌਲੇ ਹੌਲੇ ਸਨ, ਭਾਵ ਜਿਨ੍ਹਾਂ ਨੇ ਕੋਈ ਬਹੁਤਾ ਪਾਰ ਨਹੀਂ ਸੀ ਚੁੱਕਿਆ ਹੋਇਆ, ਥੋੜ੍ਹਾ ਥੋੜ੍ਹਾ ਸਮਾਨ ਲੈ ਕੇ ਤਰ ਕੇ ਪਾਰ ਹੋ ਗਏ। ਡੂਬੇ ਜਿਨ ਸਿਰ ਪਾਰ, ਜਿਨ੍ਹਾਂ ਦੇ ਸਿਰ 'ਤੇ ਬਹੁਤਾ ਭਾਰ ਚੁੱਕਿਆ ਹੋਇਆ ਸੀ, ਉਹ ਸਮੁੰਦਰ ਵਿੱਚ ਹੀ ਡੁੱਬ ਕੇ ਮਰ ਗਏ। ਇਹ ਤਾਂ ਇੱਕ ਬਾਹਰਲਾ ਦ੍ਰਿਸ਼ਟਾਂਤ ਹੈ। ਇਸੇ ਤਰ੍ਹਾਂ ਭਗਤ ਜੀ ਫਰਮਾਉਂਦੇ ਨੇ, ਕਬੀਰ ਬੇੜਾ ਜਰਜਰਾ, ਆਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਇੱਕ ਬੜਾ ਪੁਰਾਣਾ ਬੇੜਾ ਹੈ। ਫੂਟੇ 6,000 ਦੇ ਵਿੱਚ ਹਜ਼ਾਰਾਂ ਛੇਕ ਨੇ। ਛੇਕ ਕਿਹੜੇ ਨੇ? ਜਿਹੜੇ ਐਬ ਨੇ, ਵਿਕਾਰ ਨੇ, ਪਾਪ ਨੇ, ਵੈਲ ਨੇ,
ਇਹ ਸਾਡੇ ਸਰੀਰ ਰੂਪੀ ਬੇੜੇ ਦੇ ਵਿੱਚ ਹਜ਼ਾਰਾਂ ਛੇਕ ਹੋਏ ਹੋਏ ਨੇ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਹੁਣ ਇਹ ਜਦੋਂ ਜੀਵਨ ਦਾ ਬੇੜਾ ਪਾਪਾਂ ਦੇ ਨਾਲ ਭਰਦਾ ਹੈ, ਫਿਰ ਇਹ ਡੁੱਬਦਾ। ਹਰੂਏ ਹਰੂਏ ਤੈਰ ਗਏ। ਤੇ ਜਿਹੜੇ ਭਾਈ ਧਰਮੀ ਸਨ, ਪੁੰਨੀ ਲੋਕ ਸਨ, ਜਿਨ੍ਹਾਂ ਨੇ ਪਾਪ ਘੱਟ ਕੀਤੇ ਸਨ ਜਾਂ ਨਹੀਂ ਕੀਤੇ, ਕੁਰੈਤਾਂ ਨਹੀਂ ਸੀ ਕੀਤੀਆਂ, ਗੁਰੂ ਵਾਲੇ ਬਣੇ ਹੋਏ ਸਨ, ਉਹ ਤਾਂ ਹਰੂਏ ਹਰੂਏ ਦਾ ਅਰਥ ਹੈ ਹੌਲੇ ਹੌਲੇ ਤਾਂ ਉਹ ਤਰ ਕੇ ਪਾਰ ਹੋ ਗਏ, ਭਾਵ ਸਾਗਰ ਤੋਂ ਪਾਰ ਹੋ ਗਏ। ਡੂਬੇ ਜਨਸਰ ਪਾਰ, ਜਿਨ੍ਹਾਂ ਦੇ ਸਿਰ ਉੱਤੇ ਪਾਪਾਂ ਦਾ ਭਾਰ ਚੁੱਕਿਆ ਹੋਇਆ ਸੀ, ਜ਼ਿੰਦਗੀ ਭਰ ਪਾਪ ਤੇ ਵਿਕਾਰ ਹੀ ਕਰਦੇ ਰਹੇ, ਉਹ ਪਾਪ ਸਾਗਰ ਦੇ ਵਿੱਚ ਹੀ ਡੁੱਬ ਗਏ। ਕਬੀਰ ਹਾੜ ਜਰੇ ਜਿਉ ਲਾਕਰੀ, ਕੇਸ ਜਰੇ ਜਿਉ ਘਾਸ। ਲੋ ਭਗਤ ਕਬੀਰ ਜੀ ਦਾ ਕੋਈ ਗੁਆਂਢੀ ਸੀ, ਉਹਦੇ ਨਾਲ ਬੜਾ ਸਨੇਹ ਸੀ। ਉਹ ਚੜ੍ਹਾਈ ਕਰ ਗਿਆ। ਕਬੀਰ ਭਗਤ ਜੀ ਦਾ ਇੱਕ ਅਸੂਲ ਸੀ, ਉਹਨਾਂ ਦੇ ਗਲੀ ਮੁਹੱਲੇ ਦੇ ਵਿੱਚ ਜੇ ਕਿਸੇ ਦੇ ਵਿਆਹ ਹੁੰਦਾ ਸੀ, ਉੱਥੇ ਨਹੀਂ ਸੀ ਜਾਂਦੇ। ਜੇ ਕਿਸੇ ਦੇ ਘਰੇ ਮੌਤ ਹੋ ਜਾਂਦੀ ਸੀ, ਮਰਗ ਹੋ ਜਾਂਦੀ ਸੀ, ਉਹਦੀ ਮਕਾਨ ਜ਼ਰੂਰ ਜਾਂਦੇ ਸਨ। ਇਹ ਭਗਤ ਜੀ ਦਾ ਅਸੂਲ ਸੀ। ਹੁਣ ਉਸ ਗੁਆਂਢੀ ਨੂੰ ਸੜਦੇ ਹੋਏ ਨੂੰ ਦੇਖ ਕੇ ਇਹ ਸ਼ਲੋਕ ਉਚਾਰਨ ਕੀਤਾ। ਕੀ ਆਖਿਆ? ਕਬੀਰ ਹਾੜ ਜਰੇ ਜਿਉਂ ਲੱਕੜੀ। ਆ ਜਿਵੇਂ ਲੱਕੜਾਂ ਹੁੰਦੀਆਂ ਨੇ, ਚਿਖਾ ਦੇ ਵਿੱਚ ਲੱਕੜਾਂ ਵੀ ਹੁੰਦੀਆਂ ਨੇ ਨਾ, ਉਹਨਾਂ ਲੱਕੜਾਂ ਦੀ ਅੱਗ ਦੇ ਨਾਲ ਹੱਡ ਵੀ ਲੱਕੜਾਂ ਵਾਂਗੂ ਸੜ ਜਾਂਦੇ ਨੇ। ਕੇਸ ਜਰੇ ਜਿਉਂ ਘਾਸ, ਅਤੇ ਜਿਹੜੇ ਸਿਰ ਦੇ ਕੇਸ ਹਨ ਜਾਂ ਦਾੜੇ ਦੇ ਰੋਮ ਹਨ, ਉਹ ਜਿਵੇਂ ਘਾਹ ਸੜ ਜਾਂਦਾ ਅੱਗ ਦੇ ਵਿੱਚ, ਉਸ ਤਰ੍ਹਾਂ ਸੜ ਗਏ ਨੇ। ਹੱਡ ਲੱਕੜੀਆਂ ਵਾਂਗ ਸੜ ਗਏ ਨੇ ਤੇ ਕਿਸ ਘਾਹ ਦੇ ਵਾਂਗ ਸੜ ਗਏ ਹਨ। ਇਹੋ ਜਗ ਜਰਤਾ ਦੇਖ ਕੈ, ਭਇਓ ਕਬੀਰ ਉਦਾਸ। ਭਗਤ ਕਬੀਰ ਜੀ ਕਹਿੰਦੇ ਸਾਰਾ ਸੰਸਾਰ ਹੀ ਸੜਦਾ ਹੈ। ਆਉਂਦੇ ਸਮੇਂ ਸਾਰਿਆਂ ਨਾਲ ਹੀ ਇਹੀ ਭਾਣਾ ਵਰਤਦਾ ਹੈ। ਜਿਨ੍ਹਾਂ ਨੂੰ ਚਿਖਾ ਵਿੱਚ ਸਾੜਿਆ ਜਾਂਦਾ ਹੈ, ਉਹਨਾਂ ਦੇ ਹੱਡ ਲੱਕੜਾਂ ਵਾਂਗ, ਕੇਸ ਘਾਹ ਵਾਂਗੂ ਸੜਦੇ ਨੇ। ਸਾਰੇ ਸੰਸਾਰ ਨੂੰ ਸੜਦਾ ਬਲਦਾ ਦੇਖ ਕੇ ਭਇਓ ਕਬੀਰ ਉਦਾਸ। ਭਗਤ ਕਬੀਰ ਜੀ ਕਹਿੰਦੇ ਮੈਂ ਤੇ ਬੜਾ ਉਦਾਸ ਹੋ ਗਿਆ, ਮੇਰੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ ਹੈ। ਕਬੀਰ ਗਰਬ ਨਾ ਕੀਜੀਐ, ਚਾਮ ਲਪੇਟੇ ਹਾੜ। ਲੋ ਭਗਤ ਜੀ ਕਹਿੰਦੇ ਨੇ ਸਾਨੂੰ ਆਪਣੇ ਸਰੀਰ ਦਾ ਕਦੇ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਕਿਉਂ? ਕਬੀਰ ਭਗਤ ਜੀ ਸਾਨੂੰ ਸਿੱਖਿਆ ਦਿੰਦੇ ਹਨ, ਭਾਈ ਹੰਕਾਰ ਨਾ ਕਰੋ ਆਪਣੇ ਸਰੀਰ ਦਾ। ਚਾਮ ਲਪੇਟੇ ਹਾੜ, ਸਰੀਰ ਹੈ ਕੀ? ਇਹਦੇ ਵਿੱਚ ਹੱਡੀਆਂ ਦਾ ਪਿੰਜਰ ਹੈ ਅਤੇ ਚਮੜੇ ਦੇ ਨਾਲ ਉਸ ਨੂੰ ਲਪੇਟਿਆ ਹੋਇਆ। ਚਮੜੇ ਦਾ ਪੋਜ ਇਹਦੇ ਉੱਤੇ ਚੜ੍ਹਾਇਆ ਹੋਇਆ, ਵਿੱਚ ਇਸ ਦੇ ਹੱਡੀਆਂ ਦਾ ਪਿੰਜਰ ਹੈ। ਹੈਵਰ ਉਪਰ ਛਤਰ ਤਰ, ਤੇ ਫੁਨ ਧਰਨੀ ਗਾਡ। ਉਹ ਭਗਤ ਜੀ ਕਹਿੰਦੇ ਨੇ ਇੱਕ ਦੀ ਗੱਲ ਨਹੀਂ, ਕਿਸੇ ਗਰੀਬ ਦੀ ਗੱਲ ਨਹੀਂ, ਕਿਸੇ ਮਾੜੇ ਕਮਜ਼ੋਰ ਬੰਦੇ ਦੀ ਗੱਲ ਨਹੀਂ। ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਹੋਏ ਨੇ, ਵੀ ਜਿਹੜੇ ਹੈਵਰ ਉੱਪਰ ਸੋਹਣੇ ਘੋੜਿਆਂ 'ਤੇ ਸਵਾਰ ਹੁੰਦੇ ਸਨ, ਛਤਰ ਤਰ, ਛਤਰਾਂ ਦੇ ਹੇਠਾਂ ਬੈਠਦੇ ਸਨ, ਤੇ ਫੁਨ ਧਰਨੀ ਗਾੜ, ਤੇ ਉਹਨਾਂ ਨੂੰ ਵੀ ਧਰਤੀ ਵਿੱਚ ਹੀ ਗੱਡਿਆ ਜਾਂਦਾ। ਪਹਿਲੇ ਸ਼ਲੋਕ ਦੇ ਵਿੱਚ ਜੋ ਹਿੰਦੂ ਧਰਮ ਦੀ ਮਰਜ਼ਾਦਾ ਸੀ, ਉਹ ਮੁਰਦੇ ਨੂੰ ਸਾੜਦੇ ਸਨ, ਉਹਨਾਂ ਦੇ ਬਾਰੇ ਜ਼ਿਕਰ ਕੀਤਾ। ਤੇ ਫੁਨ ਧਰਨੀ ਗਾੜ, ਇਸਲਾਮ ਦੇ ਵਿੱਚ, ਮੁਸਲਮਾਨੀ ਮਜ਼ਹਬ ਦੇ ਵਿੱਚ ਮੁਰਦੇ ਨੂੰ ਦਫਨਾਉਂਦੇ ਸਨ ਕਬਰ ਦੇ ਵਿੱਚ। ਹੁਣ ਉਹਨਾਂ ਦੀ ਗੱਲ ਕੀਤੀ ਹੈ। ਭਗਤ ਜੀ ਕਹਿੰਦੇ ਨੇ ਜਿਹੜੇ ਹਿੰਦੂ ਮਰਜ਼ਾਦਾ ਅਨੁਸਾਰ ਸੰਸਕਾਰ ਕਰਦੇ ਨੇ, ਉਹਨਾਂ ਦੇ ਸਰੀਰ ਨੂੰ ਅੱਗ ਵਿੱਚ ਸਾੜਿਆ ਜਾਂਦਾ ਹੈ। ਅਤੇ ਜਿਹੜੇ ਮੁਸਲਮਾਨ ਬਾਦਸ਼ਾਹ ਹੋਏ ਨੇ, ਜਿਨ੍ਹਾਂ ਦੇ ਉੱਪਰ ਛਤਰ ਝੂਲਦੇ ਸਨ, ਘੋੜਿਆਂ 'ਤੇ ਸਵਾਰ ਹੁੰਦੇ ਸਨ, ਅਤੇ ਫਿਰ ਉਹਨਾਂ ਨੂੰ ਧਰਤੀ ਵਿੱਚ ਗੱਡ ਦਿੱਤਾ ਜਾਂਦਾ ਹੈ। ਕਬੀਰ ਗਰਬ ਨਾ ਕੀਜੀਐ, ਊਚਾ ਦੇਖ ਆਵਾਸ। ਉਹ ਭਗਤ ਜੀ ਕਹਿੰਦੇ ਨੇ ਆਪਣੇ ਘਰਾਂ ਦਾ, ਮਹਿਲਾਂ ਦਾ
ਮਾੜੀਆਂ ਦਾ, ਕੋਠੀਆਂ ਦਾ, ਬੰਗਲਿਆਂ ਦਾ ਹੰਕਾਰ ਨਾ ਕਰੋ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਆਪਣਾ ਉੱਚਾ ਆਵਾਸ ਘਰ ਦੇਖ ਕੇ। ਹੁਣ ਇਹ ਵੀ ਇੱਕ ਦੁਨੀਆ ਦੇ ਵਿੱਚ ਰਿਵਾਜ ਪਿਆ ਹੋਇਆ ਹੈ, ਜੇ ਕਿਸੇ ਨੇ ਸਿੰਗਲ ਸਟੋਰੀ ਘਰ ਬਣਾਇਆ, ਗੁਆਂਢੀ ਕਹਿੰਦਾ ਮੈਂ ਹੁਣ ਚੁਬਾਰੇ ਵਾਲਾ ਬਣਾਉਂਗਾ, ਮੈਂ ਹੁਣ ਸਿੰਗਲ ਸਟੋਰੀ ਘਰ ਨਹੀਂ ਬਣਾਉਣਾ, ਡਬਲ ਸਟੋਰੀ ਬਣਾਵਾਂਗਾ। ਫਿਰ ਉਹਨੂੰ ਦੇਖ ਕੇ ਤੀਜਾ ਹੋਰ ਉੱਠਦਾ, ਕਹਿੰਦਾ ਮੈਂ 3 ਮੰਜ਼ਿਲਾ ਘਰ ਬਣਾਵਾਂਗਾ। ਆਖਿਰ ਮਨੁੱਖ ਦੀ ਜਿਹੜੀ ਭੁੱਖ ਹੈ ਇੱਥੋਂ ਤੱਕ ਵੱਧ ਗਈ। ਹੁਣ ਤੁਸੀਂ ਵੱਡੇ ਵੱਡੇ ਸ਼ਹਿਰਾਂ ਵਿੱਚ ਜਾਂਦੇ ਹੋ, ਉੱਥੇ ਕਈ ਮੰਜ਼ਿਲਾਂ 40-40, 50-50 ਤੱਕ। ਨਿਊਯਾਰਕ ਮੈਨਹਾਟਨ ਦੇ ਵਿੱਚ ਵਰਲਡ ਟ੍ਰੇਡ ਸੈਂਟਰ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਸੀ, ਉਹ 104 ਤੇ 107 ਮੰਜ਼ਿਲਾਂ ਦੇ ਸਨ, ਜਿਨ੍ਹਾਂ ਦਾ ਬੰਦੇ ਨੂੰ ਹੰਕਾਰ ਹੋ ਜਾਂਦਾ ਹੈ ਵੀ ਮੈਂ ਇੰਨਾ ਉੱਚਾ ਟਾਵਰ ਬਣਾਇਆ। ਪਰ ਭਗਤ ਜੀ ਕਹਿੰਦੇ ਭਾਈ ਹੰਕਾਰ ਨਾ ਕਰੋ ਉੱਚੇ ਘਰਾਂ ਨੂੰ ਦੇਖ ਕੇ, ਪਤਾ ਨਹੀਂ ਕਦੋਂ ਇਹਨਾਂ ਨੇ ਢਹਿ ਢੇਰੀ ਹੋ ਜਾਣਾ ਹੈ। ਆਜ ਕਾਲ ਭੋਏ ਲੇਟਣਾ ਉਪਰ ਜਾਮੈ ਕਾਸ। ਭਗਤ ਕਬੀਰ ਜੀ ਫਰਮਾਉਂਦੇ ਨੇ ਅੱਜ ਜਾਂ ਕੱਲ੍ਹ ਸਾਨੂੰ ਧਰਤੀ 'ਤੇ ਹੀ ਲੇਟਣਾ ਪਵੇਗਾ। ਭਾਵ ਜਦੋਂ ਕੋਈ ਮੁਸਲਮਾਨ ਚੜ੍ਹਾਈ ਕਰ ਜਾਂਦਾ ਹੈ ਫਿਰ ਉਹਨੂੰ ਧਰਤੀ ਦੇ ਹੇਠਾਂ ਹੀ ਲੰਮਾ ਪਾਇਆ ਜਾਂਦਾ ਹੈ, ਕਬਰ ਦੇ ਵਿੱਚ ਦਫਨਾਇਆ ਜਾਂਦਾ ਹੈ। ਉੱਪਰ ਜਾਮੈ ਘਾਸ, ਫਿਰ ਉਸੇ ਕਬਰ ਦੇ ਉੱਤੇ ਜਿੱਥੇ ਮੁਰਦਾ ਦੱਬਿਆ ਹੁੰਦਾ ਹੈ ਉੱਤੇ ਘਾਹ ਉਗਦਾ ਹੈ। ਇਹੋ ਜਿਹੀ ਸਾਡੀ ਹਾਲਤ ਵੀ ਹੋਣੀ ਹੈ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ। ਲੋ ਭਗਤ ਕਬੀਰ ਜੀ ਕਹਿੰਦੇ ਆਪਣੀ ਅਮੀਰੀ ਦਾ ਕਦੇ ਹੰਕਾਰ ਨਾ ਕਰੋ। ਜੇ ਪਰਮੇਸ਼ਰ ਨੇ ਤੁਹਾਨੂੰ ਬਹੁਤੀ ਮਾਇਆ ਦਿੱਤੀ ਹੈ, ਉਹ ਗਰੀਬਾਂ ਦੀ ਲੋੜ ਪੂਰੀ ਕਰੋ, ਮਨੁੱਖਤਾ ਦੀ ਸੇਵਾ ਦੇ ਲਈ ਖਰਚ ਕਰੋ, ਦਸਵੰਧ ਗੁਰੂ ਘਰ ਨੂੰ ਦਿਓ। ਇਸ ਢੰਗ ਦੇ ਨਾਲ ਉਹ ਮਾਇਆ ਸਫਲ ਹੁੰਦੀ ਹੈ। ਅਤੇ ਜਿਹੜੇ ਬਹੁਤੀ ਮਾਇਆ ਦਾ ਹੰਕਾਰ ਕਰਦੇ ਨੇ, ਹਰ ਜਿਉ ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ, ਫਿਰ ਪਤਾ ਨਹੀਂ ਕਦੋਂ ਲੱਖਾਂ ਦੇ ਮਾਲਕ ਕੱਖ ਤੋਂ ਹੌਲੇ ਹੋ ਜਾਂਦੇ ਨੇ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਅਮੀਰ ਬੰਦੇ ਦਾ ਇੱਕ ਹੋਰ ਵੀ ਸੁਭਾਅ ਹੁੰਦਾ ਹੈ, ਉਹ ਗਰੀਬਾਂ ਨੂੰ ਮਜ਼ਾਕ ਕਰਦਾ। ਉਹਨੂੰ ਆਪਣੀ ਮਾਇਆ ਦਾ ਘਮੰਡ ਹੁੰਦਾ ਹੈ, ਧਨ ਦਾ ਹੰਕਾਰ ਹੁੰਦਾ ਹੈ, ਅਤੇ ਗਰੀਬਾਂ ਨੂੰ ਮਖੌਲ ਕਰਦਾ ਰਹਿੰਦਾ। ਪਰ ਭਗਤ ਜੀ ਕਹਿੰਦੇ ਇਹ ਸੁਭਾਅ ਵੀ ਠੀਕ ਨਹੀਂ ਹੈ। ਤੁਸੀਂ ਆਪਣੀ ਅਮੀਰੀ ਦਾ ਹੰਕਾਰ ਨਾ ਕਰੋ, ਕਿਸੇ ਗਰੀਬ ਨੂੰ ਦੇਖ ਕੇ ਹੱਸੋ ਨਾ, ਉਹਦੀ ਗਰੀਬੀ ਨੂੰ ਦੇਖ ਕੇ ਕੋਈ ਮਜ਼ਾਕ ਨਾ ਕਰੋ। ਅਜੋ ਸੋ ਨਾਉ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ। ਭਗਤ ਜੀ ਕਹਿੰਦੇ ਹਾਲੇ ਤੇ ਤੁਹਾਡੀ ਜੀਵਨ ਦੀ ਬੇੜੀ ਸਮੁੰਦਰ ਦੇ ਵਿੱਚ ਠਿੱਲੀ ਹੋਈ ਹੈ। ਕਿਆ ਜਾਨੋ ਕਿਆ ਹੋਏ, ਫਿਊਚਰ ਦੇ ਵਿੱਚ ਕੀ ਹੋਵੇਗਾ ਇਹਦੇ ਬਾਰੇ ਅਸੀਂ ਕੀ ਜਾਣ ਸਕਦੇ ਹਾਂ। ਇਹਦਾ ਮਤਲਬ ਇਹ ਹੈ ਉਸ ਵਾਹਿਗੁਰੂ ਦੀ ਖੇਡ ਦਾ ਕੋਈ ਪਤਾ ਨਹੀਂ। ਖਿਨ ਮੈਂ ਰਾਉ ਰੰਕ ਕਉ ਕਰੀ, ਰਾਉ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੇ ਜੇ ਤਾਂ ਕੋ ਵਿਵਹਾਰੇ। ਜਿਹੜੇ ਕਹਿੰਦੇ ਕਹਾਉਂਦੇ ਅਮੀਰ ਬੰਦੇ ਹੁੰਦੇ ਨੇ ਅਤੇ ਕਈ ਵਾਰੀ ਉਹਨਾਂ ਨੂੰ ਖਾਣ ਲਈ ਰੋਟੀ ਵੀ ਨਸੀਬ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ, ਨਦਰ ਓ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਣ ਭਿਖ ਨਾ ਪਾਇੰਦਾ। ਬਾਦਸ਼ਾਹਾਂ ਦੀ ਵੀ ਕਈ ਵਾਰੀ ਇਹੋ ਜਿਹੀ ਦੁਰਦਸ਼ਾ ਹੁੰਦੀ ਹੈ, ਉਹਨਾਂ ਨੂੰ ਵੀ ਘਾਹ ਖਾਣ ਦੇ ਲਈ ਮਜਬੂਰ ਹੋਣਾ ਪੈਂਦਾ। ਖਾਣ ਲਈ ਭਿਖਿਆ ਮੰਗਦੇ ਨੇ ਪਰ ਭਿਖਿਆ ਵੀ ਨਹੀਂ ਮਿਲਦੀ, ਖਾਣ ਨੂੰ ਵੀ ਕੁਛ ਨਹੀਂ ਮਿਲਦਾ। ਇਸੇ ਲਈ ਭਾਈ ਗਰੀਬਾਂ ਨੂੰ ਮਜ਼ਾਕ ਨਾ ਕਰੋ, ਰੱਬ ਤੋਂ ਡਰੋ, ਅਤੇ ਇਹਦੇ ਨਾਲ ਹੀ ਸਾਨੂੰ ਸੁਖ ਪ੍ਰਾਪਤ ਹੋ ਸਕਦਾ ਹੈ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ। ਲੋ ਭਗਤ ਜੀ ਹਰ ਪ੍ਰਕਾਰ ਦੇ ਹੰਕਾਰ ਤੋਂ ਬਚਣ ਦੀ ਨਸੀਹਤ ਦਿੰਦੇ ਨੇ। ਕਈਆਂ ਨੂੰ ਆਪਣੀ ਸੋਹਣੀ ਦੇਹ ਦਾ ਹੰਕਾਰ ਹੋ ਜਾਂਦਾ, ਕਈਆਂ ਨੂੰ ਆਪਣੇ ਰੰਗ ਦਾ ਹੀ ਹੰਕਾਰ ਹੋ ਜਾਂਦਾ ਵੀ ਮੇਰਾ ਬਹੁਤ ਸੋਹਣਾ ਗੋਰਾ ਰੰਗ ਹੈ, ਸੋਨੇ ਵਰਗਾ ਰੰਗ ਹੈ, ਮੇਰੀ ਸੋਨੇ ਵਰਗੀ ਦੇਹ ਹੈ। ਪਰ ਭਗਤ ਜੀ ਕਹਿੰਦੇ ਨੇ
ਇਸ ਸੋਹਣੇ ਰੰਗ ਵਾਲੀ ਦੇਹ ਨੂੰ ਦੇਖ ਕੇ ਇਹਦਾ ਹੰਕਾਰ ਨਾ ਕਰੋ। ਹੰਕਾਰ ਕਰਨਾ ਬਹੁਤ ਮਾੜਾ ਹੈ। ਆਜ ਕਾਲ ਤਜ ਜਾਹੋਗੇ ਜਿਉ ਕਾਂਚਰੀ ਭੁਜੰਗ। ਯਾਦ ਰੱਖੋ, ਅੱਜ ਜਾਂ ਕੱਲ ਨੂੰ ਤੁਸੀਂ ਇਸ ਸਰੀਰ ਨੂੰ ਛੱਡ ਕੇ ਚਲੇ ਜਾਣਾ ਹੈ। ਕਿਵੇਂ? ਜਿਉਂ ਕਾਂਚਰੀ ਭੁਜੰਗ, ਭੁਜੰਗੀ ਕਹਿਣਾ। ਜਿਉਂ ਕਾਂਚਰੀ ਭੁਜੰਗ, ਜਿਵੇਂ ਭੁਜੰਗ ਦਾ ਅਰਥ ਹੈ ਸੱਪ। ਉਹ ਆਪਣੀ ਕੁੰਝ ਨੂੰ ਲਾਹ ਕੇ ਅੱਗੇ ਤੁਰ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਸਰੀਰ, ਸਾਡੀ ਦੇਹ ਕੁੰਝ ਵਾਂਗ ਹੈ ਅਤੇ ਜੀਵ ਆਤਮਾ ਨੇ ਸੱਪ ਵਾਂਗੂ ਵਿੱਚੋਂ ਅੱਗੇ ਨਿਕਲ ਜਾਣਾ, ਉਡਾਰੀ ਮਾਰ ਜਾਣੀ ਹੈ ਅਤੇ ਸਰੀਰ ਇੱਥੇ ਪਿਆ ਰਹਿਣਾ ਹੈ। ਕਬੀਰ ਲੂਟਣਾ ਹੈ ਤਾਂ ਲੂਟ ਲੈ, RAM ਨਾਮ ਹੈ ਲੂਟ। ਲੋ ਕਬੀਰ ਭਗਤ ਜੀ ਦੇ ਸਮੇਂ ਕਾਂਸ਼ੀ ਦੇ ਵਿੱਚ ਕੋਈ ਚੰਗਾ ਵਪਾਰੀ ਆਦਮੀ ਸੀ ਅਤੇ ਉਸਨੇ ਜਿੰਨਾ ਮਾਲ ਵਿਕ ਗਿਆ ਉਹ ਵੇਚ ਦਿੱਤਾ। ਫਿਰ ਉਹ ਕਹਿਣ ਲੱਗਾ ਗਰੀਬਾਂ ਨੂੰ, ਕਹਿੰਦਾ ਲਓ ਹੁਣ ਮੈਂ ਸਸਤੇ ਪਾ ਲਾ ਦਿੱਤਾ ਵੀ ਜਿੰਨਾ ਕਿਸੇ ਕੋਲੋਂ ਮਾਲ ਲੁੱਟਿਆ ਜਾਂਦਾ ਲੁੱਟ ਲਵੋ। ਅਤੇ ਹੁਣ ਦੁਨੀਆ ਅੰਨੀ ਹੋ ਕੇ ਲੁੱਟਣ ਜਾ ਪਈ। ਹੁਣ ਭਗਤ ਕਬੀਰ ਜੀ ਉਹਨਾਂ ਨੂੰ ਸਿੱਖਿਆ ਦਿੰਦੇ ਨੇ ਬਈ ਤੁਸੀਂ ਦੁਨੀਆ ਦੇ ਪਦਾਰਥਾਂ ਨੂੰ ਲੁੱਟਣ ਦੇ ਵਿੱਚ ਬੜੀ ਕਾਮਯਾਬੀ ਸਮਝਦੇ ਹੋ। ਜੇ ਲੁੱਟਣਾ ਹੈ ਤਾਂ ਵਾਹਿਗੁਰੂ ਦੇ ਨਾਮ ਨੂੰ ਲੁੱਟੋ। ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪੋ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਇਹ ਨਾਮ ਲੁੱਟੋ। ਜੇ ਲੁੱਟਣਾ ਹੈ ਤਾਂ ਭਾਈ ਲੁੱਟ ਲਓ। ਕਿਹੜੀ ਚੀਜ਼ ਨੂੰ ਲੁੱਟਣਾ ਚਾਹੀਦਾ ਹੈ? ਧਨ ਨੂੰ, ਪਦਾਰਥਾਂ ਨੂੰ, ਸੋਨੇ ਨੂੰ, ਚਾਂਦੀ ਨੂੰ, ਵਸਤਰਾਂ ਨੂੰ, ਹੋਰ ਚੀਜ਼ਾਂ ਨੂੰ। ਤਾਂ ਭਗਤ ਜੀ ਕਹਿੰਦੇ ਨਹੀਂ, ਉਹਨਾਂ ਨੇ ਤੁਹਾਡੇ ਨਾਲ ਨਹੀਂ ਜਾਣਾ। RAM ਨਾਮ ਹੈ ਲੁੱਟ। ਜੇ ਲੁੱਟਣਾ ਹੈ ਵਾਹਿਗੁਰੂ ਦੇ ਨਾਮ ਨੂੰ ਲੁੱਟੋ। ਕਿਉਂ? ਵਾਹਿਗੁਰੂ ਦੇ ਨਾਮ ਨੇ ਅੱਗੇ ਵੀ ਤੁਹਾਡੇ ਨਾਲ ਜਾਣਾ ਹੈ। ਜੇ ਮਾਰਕ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਉਹ ਨਾਮ ਨੇ ਅੱਗੇ ਜਾਣਾ ਹੈ। ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ। ਲੋ ਭਗਤ ਜੀ ਕਹਿੰਦੇ ਨੇ ਜਦੋਂ ਤੁਹਾਡੇ ਪ੍ਰਾਣ ਛੁੱਟ ਗਏ, ਪ੍ਰਾਣ ਛੁੱਟਣੇ ਨਹੀਂ ਇੱਕ ਦਿਨ, ਪ੍ਰਾਣ ਜਾਹੇਂਗੇ ਛੂਟ। ਇਹਨਾਂ ਪ੍ਰਾਣਾਂ ਨੇ ਸਰੀਰ ਨੂੰ ਛੱਡ ਕੇ ਚਲੇ ਜਾਣਾ ਹੈ। ਜਦੋਂ ਪ੍ਰਾਣ ਛੁੱਟ ਜਾਣਗੇ ਫਿਰ ਪਿੱਛੋਂ ਪਛਤਾਉਂਦੇ ਰਹੋਗੇ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਅਸਲੀ ਕੰਮ ਕਰਨਾ ਸੀ ਉਹ ਕੀਤਾ ਹੀ ਨਹੀਂ। ਕਾਚ ਵਿਹਾਜਨ ਕੰਚਨ ਛਾਂਡਨ, ਅਸੀਂ ਕੱਚ ਦਾ ਵਪਾਰ ਕਰਦੇ ਰਹੇ, ਸੋਨੇ ਨੂੰ ਠੁਕਰਾ ਦਿੱਤਾ। ਅਸੀਂ ਕੌਡੀਆਂ ਦਾ ਵਣਜ ਕਰਦੇ ਰਹੇ, ਹੀਰੇ ਮੋਤੀਆਂ ਨੂੰ ਠੁਕਰਾ ਦਿੱਤਾ। ਜਦੋਂ ਅੰਧਾ ਸਮਾਂ ਆਉਂਦਾ ਹੈ ਉਸ ਵੇਲੇ ਪਛਤਾਉਣਾ ਪਵੇਗਾ। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਕਰ ਲਾਵੇ ਆਗ। ਲੋ ਭਗਤ ਕਬੀਰ ਜੀ ਕਹਿੰਦੇ ਨੇ ਇਹੋ ਜਿਹਾ ਕੋਈ ਸੰਸਾਰ ਦੇ ਵਿੱਚ ਪੁਰਸ਼ ਪੈਦਾ ਨਹੀਂ ਹੋਇਆ ਜਿਹੜਾ ਆਪਣੇ ਘਰ ਨੂੰ ਸਾੜ ਕੇ ਅੱਗ ਲਾ ਕੇ ਸੁਆਹ ਕਰ ਦੇਵੇ। ਆਪਣੇ ਘਰ ਨੂੰ ਕੋਈ ਅੱਗ ਲਾਉਂਦਾ? ਆਪਣੇ ਘਰ ਨੂੰ ਤਾਂ ਹਰ ਆਦਮੀ ਬਚਾਉਣ ਦੀ ਕੋਸ਼ਿਸ਼ ਕਰਦਾ। ਪਰ ਭਗਤ ਕਬੀਰ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ, ਜੇ ਉਹਨਾਂ ਨੂੰ ਲੋੜ ਪਵੇ ਉਹ ਆਪਣੇ ਘਰ ਨੂੰ ਵੀ ਅੱਗ ਲਾ ਕੇ ਸਾੜ ਦਿੰਦੇ ਨੇ। ਭਾਵ ਉਹਨਾਂ ਦਾ ਦੁਨੀਆ ਦੇ ਘਰ ਦੇ ਨਾਲ, ਧਨ ਦੌਲਤ ਦੇ ਨਾਲ, ਕਿਸੇ ਵੀ ਵਸਤੂ ਦੇ ਨਾਲ ਪਿਆਰ ਨਹੀਂ ਹੁੰਦਾ। ਜੇ ਉਹਨਾਂ ਦਾ ਪਿਆਰ ਹੁੰਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹੁੰਦਾ ਹੈ। ਪਾਂਚੋ ਲੜਕਾ ਜਾਰ ਕੈ, ਰਹਿ RAM ਲਿਵ ਲਾਗ। ਕੋਈ ਇਹੋ ਜਿਹਾ ਦੁਨੀਆ ਵਿੱਚ ਨਹੀਂ ਜੰਮਿਆ ਵੀ ਜਿਹੜਾ ਆਪਣੇ ਘਰ ਨੂੰ ਆਪ ਅੱਗ ਲਾ ਦੇਵੇ, ਅਤੇ ਨਾ ਹੀ ਕੋਈ ਐਸਾ ਬਾਪ ਜੰਮਿਆ ਹੈ ਜਿਹੜਾ ਆਪਣੇ 5 ਪੁੱਤਰਾਂ ਨੂੰ ਸਾੜ ਕੇ ਸੁਆਹ ਕਰ ਦੇਵੇ ਅਤੇ ਰਹਿ RAM ਲਿਵ ਲਾਗ, ਅਤੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲਿਵ ਲਾ ਕੇ ਜੁੜਿਆ ਰਵੇ। ਆਪਣੇ ਪੁੱਤਰਾਂ ਦੀ ਵੀ ਪਰਵਾਹ ਨਾ ਕਰੇ, ਘਰ ਦੀ ਵੀ ਪਰਵਾਹ ਨਾ ਕਰੇ। ਇਹੋ ਜਿਹਾ ਕੋਈ ਵਿਰਲਾ ਹੀ ਰੱਬ ਦਾ ਭਗਤ ਹੋ ਸਕਦਾ ਹੈ। ਇਹੋ ਜਿਹਾ ਬੀਤ ਰਾਗ ਮਹਾਂਪੁਰਖ ਗੁਰਮੁਖ ਬੰਦਾ ਕੋਈ ਵਿਰਲਾ ਹੁੰਦਾ ਹੈ। ਅੰਤਰੀ ਭਾਵ ਇਹ ਹੈ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੇ ਆਗ, ਵੀ ਇਹੋ ਜਿਹਾ ਕੋਈ ਨਹੀਂ ਜੰਮਿਆ
ਜਿਹੜਾ ਆਪਣੇ ਘਰ ਨੂੰ, ਭਾਵ ਇਹ ਸਰੀਰ ਸਾਡਾ ਘਰ ਹੈ, ਇਹਨੂੰ ਅੱਗ ਲਾ ਦੇਵੇ। ਅੱਗ ਕਿਹੜੀ ਲਾਉਣੀ ਹੈ? ਗਿਆਨੰ ਅਗਨਾਨੀ ਕਰਮਾਣੀ ਦਗਦਾਣੀ। ਬ੍ਰਹਮ ਗਿਆਨ ਦੀ ਅੱਗ ਲਾ ਦੇਵੇ, ਨਾਮ ਦੇ ਅਭਿਆਸ ਦੀ ਅੱਗ ਲਾ ਦੇਵੇ, ਬ੍ਰਹਮ ਅਗਨੀ ਦੇ ਨਾਲ ਦੇ ਅਭਿਆਸ ਨੂੰ ਸਾੜ ਦੇਵੇ। ਇਹੋ ਜਿਹਾ ਕੋਈ ਜੰਮਿਆ ਨਹੀਂ ਹੈ। ਪੰਚੋ ਲੜਕਾ ਜਾਰਕ ਹੈ, ਤੇ ਪੰਜ ਮਾਇਆ ਦੇ ਪੁੱਤਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰੇ ਪੰਜ ਵਿਕਾਰ। ਨਾਲ ਹੀ ਇਹਨਾਂ ਨੂੰ ਸਾੜ ਦੇਵੇ ਤੇ ਰਹਿ ਰਾਮ ਲਿਵ ਲਾਗ, ਤੇ ਵਾਹਿਗੁਰੂ ਦੇ ਵਿੱਚ ਚਿੱਤ ਬਿਰਤੀ ਨੂੰ ਜੋੜ ਕੇ ਬਸ ਉੱਥੇ ਜੁੜਿਆ ਰਵੇ। ਇਹੋ ਜਿਹਾ ਕੋਈ ਵਿਰਲਾ ਹੀ ਰੱਬ ਦਾ ਭਗਤ ਹੁੰਦਾ ਹੈ। ਕੋ ਹੈ ਲੜਕਾ ਵੇਚਈ, ਲੜਕੀ ਵੇਚੈ ਕੋਏ। ਹੁਣ ਭਗਤ ਕਬੀਰ ਜੀ ਗ੍ਰਸਤੀ ਸਨ। ਉਹਨਾਂ ਦੇ ਦੋ ਬੱਚੇ ਵੀ ਸਨ, ਕਮਾਲਾ ਤੇ ਕਮਾਲੀ। ਇੱਕ ਪੁੱਤਰ ਸੀ, ਦੂਜੀ ਪੁੱਤਰੀ ਸੀ। ਹੁਣ ਜਦੋਂ ਜਵਾਨ ਹੋਏ, ਸਾਡੇ ਸਮਾਜ ਦੇ ਵਿੱਚ ਬੱਚਿਆਂ ਦੇ ਵਿਆਹ ਦੀ ਗੱਲ ਚੱਲਦੀ ਹੈ। ਫਿਰ ਜਦੋਂ ਵਿਆਹ ਦਾ ਸਮਾਂ ਆਉਂਦਾ ਹੈ, ਉਸ ਵੇਲੇ ਲੈਣ ਦੇਣ ਦੀ ਵੀ ਨਾਲ ਹੀ ਗੱਲ ਚੱਲਦੀ ਹੈ, ਜਿਹਨੂੰ ਆਪਾਂ ਦਾਜ ਦਹੇਜ ਕਹਿੰਦੇ ਹਾਂ। ਇਹ ਕੁਝ ਪੁਰਾਣੀਆਂ ਸਮਾਜਕ ਰੀਤਾਂ ਸਨ, ਜਿਹੜੀਆਂ ਹੁਣ ਕੁਰੀਤਾਂ ਵਿੱਚ ਬਦਲ ਗਈਆਂ ਨੇ। ਭਗਤ ਕਬੀਰ ਜੀ ਉਹਨਾਂ ਦਾ ਵਿਰੋਧ ਕਰਦੇ ਨੇ। ਕੋ ਹੈ ਲੜਕਾ ਵੇਚੇ, ਬਈ ਕੋਈ ਤੇ ਲੜਕੀਆਂ ਨੂੰ ਵੇਚਦਾ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਗਰੀਬ ਲੋਕ ਸਨ, ਜੇ ਉਹਨਾਂ ਦੀ ਧੀ ਭੈਣ ਵਿਆਹੁਣ ਯੋਗ ਹੋ ਜਾਂਦੀ, ਉਹਨਾਂ ਦੇ ਪਾਸ ਗੁੰਜਾਇਸ਼ ਨਾ ਹੁੰਦੀ, ਫਿਰ ਉਹ ਕਿਸੇ ਨੂੰ ਵੇਚ ਦਿੰਦੇ ਸਨ। ਹੁਣ ਵੀ ਜਦੋਂ ਬਿਹਾਰ ਬੰਗਾਲ ਦੇ ਵਿੱਚ ਪੰਜਾਬੀ ਟਰੱਕਾਂ ਵਾਲੇ ਸੱਜਣ ਜਾਂਦੇ ਨੇ, ਜਿਨ੍ਹਾਂ ਦਾ ਇੱਧਰ ਵਿਆਹ ਨੂੰ ਹੁੰਦਾ, ਫਿਰ ਉਹ ਤੋਂ ਮੁੱਲ ਖਰੀਦ ਕੇ ਲਿਆਉਂਦੇ ਆ। ਇਹ ਰਿਵਾਜ ਹੁਣ ਵੀ ਕੁਝ ਦੇਖਣ ਨੂੰ ਮਿਲਦੇ ਨੇ। ਕਈ ਲੜਕਿਆਂ ਨੂੰ ਵੇਚਦੇ ਨੇ ਤੇ ਕਈ ਲੜਕੀਆਂ ਨੂੰ ਵੇਚਦੇ ਨੇ। ਹੁਣ ਇੱਕ ਪੰਜਾਬ ਦੇ ਵਿੱਚ ਐਸਾ ਰਿਵਾਜ ਚੱਲਿਆ ਹੋਇਆ ਹੈ ਵੀ ਹੁਣ ਬਾਹਰ ਜਾਣਾ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਉਸ ਪਾਸੇ ਵੱਲ ਨੂੰ ਬੜੀ ਦੌੜ ਲੱਗੀ ਹੋਈ ਹੈ। ਜਿਹੜੇ ਉਹਨਾਂ ਦੇਸ਼ਾਂ ਨੂੰ ਚਲਾਉਣ ਵਾਲੇ ਲੋਕ ਨੇ, ਉਹ ਬੜੇ ਸਮਝਦਾਰ ਨੇ, ਵਪਾਰੀ ਬੰਦੇ ਨੇ। ਉਹਨਾਂ ਨੇ ਸੋਚਿਆ ਵੀ ਇੰਡੀਆ ਤੋਂ ਪੈਸਾ ਕਿਵੇਂ ਮੰਗਵਾਉਣਾ। ਫਿਰ ਉਹਨਾਂ ਨੇ ਆਖਿਆ ਵੀ ਅਸੀਂ ਸਟੂਡੈਂਟ ਵੀਜ਼ਾ ਦੇਵਾਂਗੇ। ਜਿਹੜੇ ਬੱਚਿਆਂ ਨੇ ਪੜ੍ਹਾਈ ਕਰਨੀ ਆ, ਉਹ ਇੱਥੇ ਆਓ ਅਤੇ ਅਸੀਂ ਉਹਨਾਂ ਨੂੰ ਦਾਖਲੇ ਦੇਵਾਂਗੇ, ਸਹੂਲਤਾਂ ਪ੍ਰਦਾਨ ਕਰਾਂਗੇ। ਪਰ ਫੀਸ ਉਹਨਾਂ ਦੇ ਕੋਲੋਂ ਦੁੱਗਣੀ ਤਿੱਗਣੀ ਲਈ ਜਾਂਦੀ ਹੈ। ਹੁਣ ਉਹ ਵਪਾਰੀ ਲੋਕ ਨੇ, ਉਹਨਾਂ ਨੇ ਤਾਂ ਵਪਾਰ ਕਰਨਾ। ਕਿਸੇ ਸਿੰਘ ਨੇ ਗੱਲ ਦੱਸੀ ਵੀ ਕੈਨੇਡਾ ਦੇ ਵਿੱਚ ਸਰਕਾਰ ਦੇ ਕੈਬਨਿਟ ਦੇ ਵਿੱਚ ਮੀਟਿੰਗ ਹੋ ਰਹੀ ਸੀ। ਉਸ ਮੀਟਿੰਗ ਦੇ ਵਿੱਚ ਕਈਆਂ ਨੇ ਖਦਸ਼ਾ ਪ੍ਰਗਟਾਇਆ ਵੀ ਜਿਹੜੇ ਏਸ਼ੀਆਈ ਲੋਕ ਨੇ, ਉਹ ਕੈਨੇਡਾ ਵਿੱਚ ਆ ਕੇ ਕਮਾਈ ਕਰਕੇ, ਮਿਹਨਤ ਕਰਕੇ ਪਿੱਛੇ ਆਪਣੇ ਕੰਟਰੀਆਂ ਨੂੰ ਭੇਜੀ ਜਾਂਦੇ ਨੇ, ਅਤੇ ਸਾਡੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਇੱਥੋਂ ਪੈਸਾ ਡਾਲਰ ਕਮਾ ਕੇ ਵਾਪਸ ਭੇਜਦੇ ਨੇ। ਸਾਡੀ ਮਾਇਆ, ਸਾਡੀ ਕਰੰਸੀ ਹੋਰ ਦੇਸ਼ਾਂ ਵਿੱਚ ਜਾ ਰਹੀ, ਅਸੀਂ ਗਰੀਬ ਹੋ ਰਹੇ ਹਾਂ। ਇਹਦੇ ਬਾਰੇ ਕੁਝ ਸੋਚਿਆ ਜਾਵੇ। ਕੋਈ ਉਹਨਾਂ ਦੇ ਵਿੱਚੋਂ ਅਰਥ ਸ਼ਾਸਤਰੀ ਸੀ, ਸਿਆਣਾ ਬੰਦਾ ਸੀ। ਉਹ ਕਹਿਣ ਲੱਗਾ, ਫਿਕਰ ਨਾ ਕਰੋ, ਅੱਗੇ ਆਪਾਂ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ 'ਤੇ ਵੀਜ਼ਾ ਦਿੰਦੇ ਸੀ। ਹੁਣ ਤੁਸੀਂ ਜਿਹੜੇ ਨੌਜਵਾਨ ਬੱਚੇ ਨੇ, ਉਹਨਾਂ ਨੂੰ ਸਟੂਡੈਂਟ ਵੀਜ਼ਾ ਦਿਓ, ਉਹ ਆਉਣਗੇ। ਬਜ਼ੁਰਗਾਂ ਨੂੰ ਪੈਨਸ਼ਨ ਦੇਣੀ ਪੈਂਦੀ ਸੀ, ਉਹ ਆਪਣੀ ਬਚੇਗੀ। ਅਤੇ ਜਿਹੜੇ ਨੌਜਵਾਨ ਬੱਚੇ ਆਉਣਗੇ, ਦੁੱਗਣੀਆਂ ਤਿੱਗਣੀਆਂ ਫੀਸਾਂ ਵੀ ਦੇਣਗੇ, ਫਿਰ ਇੱਥੇ ਕੰਮ ਵੀ ਕਰਨਗੇ, ਟੈਕਸ ਵੀ ਅਦਾ ਕਰਨਗੇ, ਅਤੇ ਜਿਹੜੀ ਆਪਣੀ ਮਾਇਆ ਇੱਥੋਂ ਗਈ ਹੈ, ਸਣੇ ਵਿਆਜ ਵਾਪਸ ਆ ਜਾਵੇਗੀ। ਹੁਣ ਉਸ ਪਾਲਿਸੀ 'ਤੇ ਅਮਲ ਹੋ ਰਿਹਾ। ਅਤੇ ਜਿਹੜੇ ਸਾਡੇ ਲੋਕ ਕੀ ਕਰਦੇ ਨੇ, ਜਿਨ੍ਹਾਂ ਦੇ ਬੱਚੇ ਨਲਾਇਕ ਹੁੰਦੇ ਨੇ, ਅਤੇ ਫਿਰ ਉਹ ਆਈਲੈਟਸ ਦਾ ਕੋਰਸ ਨਹੀਂ ਕਰ ਸਕਦੇ, ਫਿਰ ਉਹ ਆਈਲੈਟਸ ਲੜਕੀਆਂ ਲੱਭਦੇ ਨੇ, ਜਿਹੜੀਆਂ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਹੁੰਦੀਆਂ ਨੇ, ਬੀਬੀਆਂ ਹੁੰਦੀਆਂ ਨੇ,
ਤੇ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਸਾਡੀਆਂ ਲੜਕੀਆਂ ਆਈਲੈਟਸ ਕਰ ਲੈਣ ਤੇ ਫਿਰ ਇਹ ਬਾਹਰ ਜਾ ਸਕਦੀਆਂ ਨੇ। ਜਿਹੜੇ ਨਲਾਇਕ ਬੱਚੇ ਆਪ ਨਹੀਂ ਪੜ੍ਹਾਈ ਕਰ ਸਕਦੇ, ਨਹੀਂ ਆਈਲੈਟਸ ਦਾ ਕੋਰਸ ਪਾਸ ਕਰ ਸਕਦੇ, ਫਿਰ ਉਹ ਉਹਨਾਂ ਲੜਕੀਆਂ ਦੇ ਨਾਲ ਵਿਆਹ ਕਰਾਉਣ ਦੀ ਗੱਲ ਕਰਦੇ ਨੇ। ਇਸ ਢੰਗ ਦੇ ਨਾਲ ਉਹ ਖਰਚਾ ਫਿਰ ਲੜਕੇ ਵਾਲਿਆਂ ਨੂੰ ਕਰਨਾ ਪੈਂਦਾ। ਕਈ ਲੜਕਿਆਂ ਨੂੰ ਵੇਚਦੇ ਨੇ ਅਤੇ ਕਈ ਲੜਕੀਆਂ ਨੂੰ ਵੀ ਵੇਚਦੇ ਨੇ। ਪਹਿਲਾਂ ਮੁੰਡੇ ਵਾਲੇ ਦਾਜ ਲੈਂਦੇ ਸਨ, ਕੁੜੀਆਂ ਵਾਲੇ ਵੀ ਦਾਜ ਮੰਗਣ ਲੱਗ ਪਏ ਨੇ। ਇਹ ਦੁਨੀਆ ਵਿੱਚ ਨਿਰਾਲੀ ਖੇਡ ਹੈ। ਭਗਤ ਕਬੀਰ ਜੀ ਨੇ ਸਮਾਜਿਕ ਸਿੱਖਿਆ ਵੀ ਸਾਨੂੰ ਦਿੱਤੀ ਹੈ। ਕੋਈ ਤੇ ਪੁੱਤਰਾਂ ਨੂੰ ਵੇਚਦਾ ਹੈ, ਕੋਈ ਧੀਆਂ ਨੂੰ ਵੇਚਦਾ ਹੈ, ਤੇ ਪਰ ਇਹ ਜਿਹੜਾ ਕੰਮ ਹੈ ਗੁਰਮਤਿ ਦੀ ਕਸਵੱਟੀ ਤੇ ਮਨੁੱਖਤਾ ਦੀ ਕਸਵੱਟੀ ਤੇ ਖਰਾ ਨਹੀਂ ਉਤਰਦਾ। ਸਾਂਝਾ ਕਰੈ ਕਬੀਰ ਸਿਉ ਹਰ ਸੰਗ ਬਨਜ ਕਰੇ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਜਿਹਨੇ ਸਾਡੇ ਨਾਲ ਭਾਈਚਾਰਾ ਬਣਾਉਣਾ ਹੈ, ਰਿਸ਼ਤੇਦਾਰੀ ਕੁੜਮਾਚਾਰੀ ਬਣਾਉਣੀ ਹੈ, ਫਿਰ ਉਹ ਪਰਮੇਸ਼ਰ ਦੇ ਨਾਮ ਤੇ ਵਣਜ ਕਰੇ। ਭਾਵ ਅਸੀਂ ਦੁਨਿਆਵੀ ਤੌਰ ਤੇ ਦਾਜ ਦਹੇਜ ਦੇ ਖਿਲਾਫ ਹਾਂ। ਨਾ ਲੜਕੀ ਵਾਲੇ ਨੂੰ ਲੈਣਾ ਚਾਹੀਦਾ, ਨਾ ਲੜਕੀ ਵਾਲਿਆਂ ਨੂੰ ਲੈਣਾ ਚਾਹੀਦਾ। ਰੱਬ ਦੇ ਨਾਲ ਵਣਜ ਕਰੋ, ਰੱਬ ਦੇ ਨਾਂ ਦੇ ਉੱਤੇ ਤੁਸੀਂ ਰਿਸ਼ਤਾ ਕਰੋ। ਜਿਹੜਾ ਤਿਆਰ ਹੈ ਬਿਨਾਂ ਦਾਜ ਦਹੇਜ ਤੋਂ ਰਿਸ਼ਤਾ ਕਰਨ ਨੂੰ, ਅਸੀਂ ਉਹਦੇ ਨਾਲ ਕਰਨ ਨੂੰ ਤਿਆਰ ਹਾਂ। ਇਹ ਬਾਹਰਲਾ ਅਰਥ ਹੈ, ਸਮਾਜਿਕ ਸਿੱਖਿਆ ਹੈ। ਦੂਜਾ ਅੰਦਰਲਾ ਅੰਤਰੀਵ ਅਰਥ ਇਹ ਵੀ ਹੈ, ਕੋ ਹੈ ਲੜਕਾ ਵੇਚੀ ਲੜਕੀ ਵੇਚੈ ਕੋਈ। ਪਿੱਛੇ ਆਖਿਆ ਸੀ ਪੰਚੋ ਲੜਕਾ ਜਾ ਰਖਿਆ। ਲੜਕੇ ਕੌਣ ਨੇ? ਪੁੱਤਰ ਕੌਣ ਨੇ? ਮਾਇਆ ਦੇ 5 ਪੁੱਤਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਿਹੜਾ ਇਹਨਾਂ ਨੂੰ ਵੇਚ ਦੇਵੇ, ਤੇ ਇਹਦੀਆਂ ਲੜਕੀਆਂ ਕਿਹੜੀਆਂ ਨੇ? ਆਸਾ ਤੇ ਤ੍ਰਿਸ਼ਨਾ, ਇਹ ਧੀਆਂ ਨੇ। ਜਿਹੜਾ ਇਹਨਾਂ ਨੂੰ ਵੇਚ ਦੇਵੇ ਉਹ ਸਾਡੇ ਨਾਲ ਸਾਂਝ ਪਾ ਸਕਦਾ ਹੈ, ਸਾਡੇ ਨਾਲ ਭਾਈਵਾਲੀ ਬਣਾ ਸਕਦਾ ਹੈ। ਸਾਂਝਾ ਕਰੈ ਕਬੀਰ ਸਿਉ ਹਰ ਸੰਗ ਵਣਜ ਕਰੇ। ਵੀ ਜਿਹੜਾ ਵਾਹਿਗੁਰੂ ਦੇ ਨਾਮ ਦੇ ਨਾਲ ਵਣਜ ਕਰੇ, ਆਪ ਜਪੈ ਅਵਰਹ ਨਾਮ ਜਪਾਵੈ ਦੀ ਸਿੱਖਿਆ 'ਤੇ ਅਮਲ ਕਰੇ, ਉਹੀ ਕਬੀਰ ਭਗਤ ਜੀ ਕਹਿੰਦੇ ਸਾਡੇ ਨਾਲ ਭਾਈਵਾਲੀ ਬਣਾ ਸਕਦਾ ਹੈ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਤੁਸੀਂ ਇਹ ਮਤ ਸੋਚੋ ਵੀ ਅਸੀਂ ਇਸ ਦੁਨੀਆ ਦੇ ਵਿੱਚ ਜੋ ਖਾ ਪੀ ਲਿਆ, ਅੱਗੇ ਜਾ ਕੇ ਵੀ ਸਾਨੂੰ ਸਭ ਕੁਝ ਖਾਣ ਪੀਣ ਲਈ ਮਿਲ ਜਾਵੇਗਾ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਤੁਹਾਨੂੰ ਇਹ ਚੇਤਾਵਨੀ ਦਿੰਦੇ ਹਾਂ, ਤੁਹਾਨੂੰ ਵਾਰਨਿੰਗ ਦਿੰਦੇ ਹਾਂ। ਮਤ ਸਹਿਸਾ ਰਹਿ ਜਾਏ, ਮਤਾ ਕਿਸੇ ਦੇ ਮਨ ਦੇ ਵਿੱਚ ਭੁਲੇਖਾ ਰਹਿ ਜਾਵੇ, ਕੋਈ ਸ਼ੱਕ ਸ਼ੁਬਾ ਰਹਿ ਜਾਵੇ, ਤੁਸੀਂ ਇਸ ਗੱਲ ਨੂੰ ਧਿਆਨ ਦੇ ਨਾਲ ਸੁਣੋ। ਪਾਸ਼ੈ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਹੇ। ਲੋ ਤੁਸੀਂ ਕਿਸੇ ਦੁਕਾਨ ਤੇ ਜਾ ਕੇ ਚੀਜ਼ਾਂ ਮੁੱਲ ਖਰੀਦ ਕੇ ਲੈ ਕੇ ਛਕੀ ਜਾਓ, ਤੇ ਜਦੋਂ ਪੈਸੇ ਮੁੱਕ ਜਾਣ ਫਿਰ ਤੁਸੀਂ ਦੁਕਾਨਦਾਰ ਦੇ ਕੋਲ ਜਾਓ ਤੇ ਉਹਨੂੰ ਆਖੋ ਅਸੀਂ ਤੇਰੇ ਕੋਲੇ ਇੰਨਾ ਧਨ ਪਦਾਰਥ ਲੈ ਕੇ ਖਾਧਾ ਹੈ, ਇੰਨੇ ਪਦਾਰਥ ਲੈ ਕੇ ਖਾਧੇ ਨੇ, ਤੇ ਹੁਣ ਸਾਨੂੰ ਕੁਛ ਫਰੀ ਦਾ ਵੀ ਦੇ। ਇੱਕ ਪੁਰਾਣੇ ਸਮੇਂ ਦਾ ਰਿਵਾਜ ਵੀ ਸੀ, ਜਦੋਂ ਕਿਸੇ ਦੁਕਾਨਦਾਰ ਤੋਂ ਕੋਈ ਸੌਦਾ ਲੈਣ ਵਾਸਤੇ ਜਾਂਦਾ ਸੀ, ਖਾਸ ਕਰਕੇ ਛੋਟੇ ਬੱਚੇ, ਉਹ ਨਾਲ ਰੂੰਗਾ ਮੰਗਦੇ ਸਨ। ਉਹ ਨਾਲ ਕੋਈ ਬਿਸਕੁਟ ਜਾਂ ਕੋਈ ਟੌਫੀ, ਕੋਈ ਹੋਰ ਛੋਟੀ ਮੋਟੀ ਚੀਜ਼, ਮਰੂੰਡਾ ਵਗੈਰਾ ਉਹ ਦੇ ਦਿੰਦੇ ਸਨ ਵੀ ਚਲੋ ਬੱਚਾ ਹੈ ਇਹਨੂੰ ਦੇ ਦਿਓ। ਮਾਝੇ 'ਚ ਉਹਨੂੰ ਝੁੰਗਾ ਵੀ ਕਹਿੰਦੇ ਨੇ, ਵੀ ਝੁੰਗਾ ਦਿੰਦੇ ਸਨ। ਪਰ ਠੀਕ ਹੈ, ਤੁਸੀਂ ਕਿਸੇ ਦੁਕਾਨਦਾਰ ਤੋਂ ਜਿੰਨੇ ਮਰਜ਼ੀ ਪਦਾਰਥ ਲੈ ਕੇ ਛਕ ਲਵੋ, ਪਰ ਜਦੋਂ ਪੈਸੇ ਮੁੱਕ ਜਾਣ ਫਿਰ ਤੁਸੀਂ ਉਹਨੂੰ ਆਖੋ ਅਸੀਂ ਤੇਰੇ ਕੋਲ ਇੰਨੇ ਪਦਾਰਥ ਲੈ ਕੇ ਛਕੇ ਨੇ ਤੇ ਸਾਨੂੰ ਹੁਣ ਖਾਣ ਦੇ ਲਈ ਗੁੜ ਦੇ ਦੇ। ਤਿੰਨ ਕੋ ਗੁੜ ਲੈ ਖਾਏ, ਤੁਸੀਂ ਉਹਦਾ ਗੁੜ ਲੈ ਕੇ ਖਾ ਸਕਦੇ ਹੋ। ਦੁਕਾਨਦਾਰ ਨੇ ਪਤਾ ਕੀ ਆਖਣਾ, ਭਾਈ ਪੈਸੇ ਕੱਢ, ਜੇ ਤੇਰੇ ਕੋਲੇ ਪੈਸੇ ਹਨ ਤੇ ਤੈਨੂੰ ਸੌਦਾ ਮਿਲ ਸਕਦਾ, ਗੁੜ ਵੀ ਖਾ ਸਕਦਾ, ਰੂੰਗਾ ਵੀ ਤਾਂ ਮਿਲੂਗਾ ਜੇ ਕੁਛ ਸੌਦਾ ਖਰੀਦੇਗਾ। ਬਿਨਾਂ ਸੌਦਾ ਖਰੀਦਿਆਂ ਗੁੜ ਵੀ ਨਹੀਂ ਮਿਲਣਾ, ਮਰੂੰਡਾ ਵੀ ਨਹੀਂ ਮਿਲਣਾ, ਕੁਝ ਵੀ ਨਹੀਂ ਮਿਲਣਾ, ਤੈਨੂੰ ਖਾਲੀ ਹੱਥ ਪਰਤਣਾ ਪਵੇਗਾ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਪਾਸ਼ਾ ਭੋਗ ਜੋ ਭੋਗਵੇ। ਜਿਹੜੇ ਪਿੱਛੇ ਤੁਸੀਂ ਭੋਗ ਭੋਗ ਲਏ ਨੇ ਉਹਨਾਂ ਨੂੰ ਭੁੱਲ ਜਾਵੋ,
ਜੋ ਕੋ ਸ਼ਖਸ ਕਾ ਲਿਆ ਹੈ ਉਹ ਛਕ ਲਿਆ ਹੈ। ਤਿੰਨ ਕੋ ਗੁੜ ਲੈ ਖਾਏ, ਤੇ ਭਾਈ ਉਹਨਾਂ ਦੇ ਵੱਟੇ ਤੁਸੀਂ ਗੁੜ ਲੈ ਕੇ ਖਾਣਾ ਚਾਹੋ ਨਹੀਂ ਮਿਲੇਗਾ। ਦੁਕਾਨਦਾਰ ਨੇ ਕੁਝ ਨਹੀਂ ਦੇਣਾ, ਬਿਨਾਂ ਪੈਸਿਆਂ ਤੋਂ ਦੁਕਾਨਦਾਰ ਕਿਸੇ ਨੂੰ ਕੁਝ ਨਹੀਂ ਦੇ ਸਕਦਾ। ਇਸੇ ਲਈ ਭਾਈ ਤੁਸੀਂ ਜਿਹੜੇ ਪਦਾਰਥ ਹੁਣ ਤੱਕ ਛਕਾਏ ਨੇ, ਤੇ ਤੁਸੀਂ ਹੁਣ ਰੱਬ ਦਾ ਨਾਮ ਲਵੋ, ਤੇ ਜੇ ਰੱਬ ਦਾ ਨਾਮ ਲਵੋਗੇ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਆ ਸਕਦੀ ਹੈ। ਨਹੀਂ ਜਿਹੜੇ ਖਾਧੇ ਪਦਾਰਥ ਨੇ ਤੁਹਾਡੇ ਲਈ ਬਿਮਾਰੀਆਂ ਦਾ, ਰੋਗਾਂ ਦਾ ਕਾਰਨ ਬਣ ਸਕਦੇ ਹਨ। ਕਬੀਰ ਮੈਂ ਜਾਣਿਓ ਪੜ ਬੋ ਭਲੋ, ਪੜਬੇ ਸਿਉ ਭਲ ਜੋਗ। ਲੋ ਭਗਤ ਕਬੀਰ ਜੀ ਕਾਂਸ਼ੀ ਵਿੱਚ ਹੀ ਪੈਦਾ ਹੋਏ ਸਨ। ਉਹਨਾਂ ਨੇ ਦੇਖਿਆ ਵੀ ਕਾਂਸ਼ੀ ਇੱਕ ਸਨਾਤਨ ਵਿਦਿਆ ਦੀ ਯੂਨੀਵਰਸਿਟੀ ਹੈ। ਉੱਥੇ ਬਹੁਤ ਸਾਰੇ ਲੋਕ ਪੜ੍ਹਨ ਵਾਸਤੇ ਜਾਂਦੇ ਸਨ, ਹੁਣ ਵੀ ਜਾਂਦੇ ਹੈ। ਭਗਤ ਜੀ ਕਹਿੰਦੇ ਨੇ ਮੈਂ ਵੀ ਪਹਿਲਾਂ ਇਹ ਸਮਝਿਆ ਸੀ ਵੀ ਪੜ੍ਹਨਾ ਬੜਾ ਚੰਗਾ ਹੈ, ਧਰਮ ਗ੍ਰੰਥਾਂ ਨੂੰ ਪੜ੍ਹਨਾ ਚਾਹੀਦਾ, ਵੇਦ ਸ਼ਾਸਤਰ ਪੁਰਾਣ ਸਿਮਰਤੀਆਂ ਪੜ੍ਹਨੀਆਂ ਚਾਹੀਦੀਆਂ ਨੇ। ਪਰ ਜਦੋਂ ਮੈਂ ਉਹਨਾਂ ਪੜ੍ਹਨ ਪੜ੍ਹਾਉਣ ਵਾਲਿਆਂ ਨੂੰ ਨੇੜਿਓਂ ਜਾ ਕੇ ਤੱਕਿਆ, ਉਹਨਾਂ ਦੇ ਅੰਦਰ ਵੀ ਈਰਖਾ ਅਤੇ ਹੰਕਾਰ ਭਰਿਆ ਹੋਇਆ ਸੀ। ਬਹਿਸ ਮੁਬਾਹਿਸੇ ਕਰਦੇ ਸਨ ਅਤੇ ਨਾਲ ਝਗੜੇ ਕਰਦੇ ਸਨ। ਮੈਨੂੰ ਉਹ ਗੱਲ ਪਸੰਦ ਨਾ ਆਈ। ਮੈਨੂੰ ਵੀ ਇਹ ਪਤਾ ਲੱਗਿਆ ਸੀ, ਪਹਿਲਾਂ ਮੈਨੂੰ ਵੀ ਭੁਲੇਖਾ ਲੱਗਿਆ ਸੀ ਪੜ੍ਹਨਾ ਚੰਗਾ ਹੁੰਦਾ, ਬ੍ਰਹਮ ਵਿਦਿਆ ਪੜ੍ਹਨੀ ਮਾੜੀ ਨਹੀਂ, ਚੰਗੀ ਗੱਲ ਹੈ, ਪਰ ਹੰਕਾਰ ਨਹੀਂ ਕਰਨਾ ਚਾਹੀਦਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਨੂੰ ਵੇਚਣਾ ਵੀ ਨਹੀਂ ਚਾਹੀਦਾ। ਕਈ ਵਿਦਿਆ ਨੂੰ ਵੇਚਦੇ ਨੇ। ਮਨਮੁਖ ਵਿਦਿਆ ਬਿਕਰਦਾ, ਬਿਖ ਖੱਟੇ ਬਿਖ ਖਾਏ, ਉਹ ਤਾਂ ਜ਼ਹਿਰ ਖਾਂਦੇ ਨੇ। ਇਸੇ ਲਈ ਗੁਰਬਾਣੀ ਦੀ ਜਿਹੜੀ ਵਿਚਾਰ ਹੈ, ਗੁਰਮਤ ਦੀ ਵਿਦਿਆ, ਇਹ ਵੀ ਵੇਚਣੀ ਨਹੀਂ ਚਾਹੀਦੀ, ਇਹ ਵੀ ਫ੍ਰੀ ਵੰਡਣੀ ਚਾਹੀਦੀ ਹੈ। ਟਕਸਾਲ ਦੇ ਮਹਾਂਪੁਰਖਾਂ ਨੇ ਬੇਅੰਤ ਪ੍ਰਾਣੀਆਂ ਨੂੰ ਫ੍ਰੀ ਪੜ੍ਹਾਇਆ, ਅਤੇ ਹੋਰ ਜਿਹੜੇ ਕੋਈ ਸਰਕਾਰੀ ਕਾਲਜ ਨੇ, ਚਾਹੇ ਪ੍ਰਾਈਵੇਟ ਵਿਦਿਅਕ ਅਦਾਰੇ ਨੇ, ਸਭ ਫੀਸਾਂ ਲੈ ਕੇ ਪੜ੍ਹਾਉਂਦੇ ਨੇ। ਪਰ ਜਿਹੜੀ ਇਹ ਪੜ੍ਹਾਈ ਵੇਚਦੇ ਨੇ, ਵਿਦਿਆ ਵੇਚਦੇ ਨੇ, ਇਹਨੂੰ ਭਗਤ ਜੀ ਕਹਿੰਦੇ ਚੰਗੀ ਗੱਲ ਨਹੀਂ ਹੈ। ਮੈਂ ਤਾਂ ਸਮਝਿਆ ਸੀ ਪੜ੍ਹਨਾ ਚੰਗਾ ਹੁੰਦਾ ਹੈ, ਪੜ੍ਹਵੇ ਸਿਉ ਪਲ ਜੋਗ। ਪੜ੍ਹਨ ਦੇ ਨਾਲੋਂ ਫਿਰ ਮੈਂ ਸੋਚਿਆ ਵੀ ਯੋਗ ਕਰਨਾ ਸਿੱਖੀਏ। ਯੋਗ ਦੇ 8 ਅੰਗ ਮੰਨੇ ਨੇ, ਯਮ ਨੇਮ ਆਸਣ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਅਤੇ ਸਮਾਧੀ। ਤਰਤੀਬ ਦੇ ਨਾਲ ਸਾਰਿਆਂ ਨੂੰ ਕਰਕੇ ਫਿਰ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਪਹਿਲਾਂ ਮੈਂ ਪੜ੍ਹਨਾ ਚੰਗਾ ਸਮਝਿਆ, ਫਿਰ ਪੜ੍ਹਨ ਦੇ ਨਾਲੋਂ ਯੋਗ ਸਾਧਨ ਕਰਨੇ ਮੈਨੂੰ ਚੰਗੇ ਜਾਪੇ। ਭਗਤ ਨਾ ਛਾਡੋ RAM ਕੀ, ਭਾਵੈ ਨਿੰਦੋ ਲੋਗ। ਫਿਰ ਮੈਨੂੰ ਵਾਹਿਗੁਰੂ ਦੀ ਭਗਤੀ ਦੀ ਲਗਨ ਲੱਗ ਗਈ। ਸਵਾਮੀ ਰਾਮਾਨੰਦ ਜੀ ਦੇ ਚੇਲੇ ਬਣ ਗਏ। ਉਹਨਾਂ ਨੇ ਨਾਮ ਜਪਣ ਦੀ ਸਿੱਖਿਆ ਦੇ ਦਿੱਤੀ, ਭਾਈ ਰਾਮ ਕੇ ਰਾਮ ਕਹੋ। ਅਤੇ ਫਿਰ ਮੈਂ ਹੁਣ ਰਾਮ ਰਾਮ ਜਪਣ ਲੱਗ ਪਿਆ। ਲੋਕੀ ਕਹਿੰਦੇ ਤੂੰ ਇਹ ਕੀ ਕਰ ਰਿਹਾ, ਪੜ੍ਹਾਈ ਕਰ। ਪਰ ਭਗਤ ਜੀ ਕਹਿੰਦੇ ਹੁਣ ਮੈਂ ਭਗਤੀ ਨਹੀਂ ਛੱਡ ਸਕਦਾ। ਰਾਮ ਦੀ ਭਗਤੀ, ਵਾਹਿਗੁਰੂ ਦੀ ਭਗਤੀ ਮੈਂ ਨਹੀਂ ਛੱਡ ਸਕਦਾ। ਭਾਵੇਂ ਨਿੰਦੋ ਲੋਕ, ਭਾਵੇਂ ਲੋਕ ਮੈਨੂੰ ਨਿੰਦੀ ਜਾਣ, ਜੋ ਮਰਜ਼ੀ ਮਾੜਾ ਚੰਗਾ ਆਖੀ ਜਾਣ, ਪਰ ਮੈਂ ਹੁਣ ਵਾਹਿਗੁਰੂ ਦੀ ਭਗਤੀ ਨੂੰ ਕਦੀ ਵੀ ਨਹੀਂ ਛੱਡਾਂਗਾ। ਕਬੀਰ ਲੋਗ ਕੈ ਨਿੰਦੈ ਬਪੁੜਾ, ਜਿਹ ਮਨ ਨਾਹੀ ਗਿਆਨ। ਲੋਕ ਭਗਤ ਜੀ ਕਹਿੰਦੇ ਨੇ ਵੀ ਜਿਹੜੇ ਦੁਨੀਆ ਦੇ ਲੋਕ ਨੇ ਉਹੀ ਨਿੰਦਿਆ ਕਰਦੇ ਨੇ। ਲੋਕ ਇਹ ਨਿੰਦਾ ਬੱਪੜਾ, ਜਿਹੜਾ ਆਦਮੀ ਬੱਪੜਾ ਵਿਚਾਰਾ ਬੁੱਧੀਹੀਣ ਹੈ, ਉਹੀ ਮੇਰੀ ਨਿੰਦਿਆ ਕਰ ਰਿਹਾ ਹੈ। ਭਗਤੀ ਵਾਲਿਆਂ ਨੂੰ ਉਹੀ ਮਾੜਾ ਆਖ ਰਿਹਾ ਹੈ, ਪਰ ਮੈਨੂੰ ਉਹਨਾਂ ਦੀ ਕੀ ਪਰਵਾਹ ਹੈ। ਕਬੀਰ ਲੋਕ ਇਹ ਨਿੰਦਾ ਬੱਪੜਾ, ਜਿਨ ਮਨ ਨਾਹੀ ਗਿਆਨ, ਜਿਹ ਮਨ ਨਾਹੀ ਗਿਆਨ, ਜਿਸ ਦੇ ਮਨ ਦੇ ਵਿੱਚ ਭਗਤੀ ਦਾ ਗਿਆਨ ਹੀ ਨਹੀਂ ਹੈ। ਜਿਨ੍ਹਾਂ ਨੂੰ ਪਾਓ ਭਗਤੀ ਦੀ ਕਦਰੋ ਕੀਮਤ ਦਾ ਪਤਾ ਹੀ ਨਹੀਂ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਕਰਾਮਾਤ ਦਾ ਪਤਾ ਨਹੀਂ ਹੈ, ਉਹ ਲੋਕ ਮੇਰੀ ਨਿੰਦਿਆ ਕਰਦੇ ਨੇ। ਪਏ ਕਰੀ ਜਾਣ, ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਹੈ। RAM ਕਬੀਰਾ ਰਵ ਰਹੇ, ਅਵਰ ਤਜੇ ਸਭ ਕਾਮ। ਉਹ ਭਗਤ ਕਬੀਰ ਜੀ ਕਹਿੰਦੇ ਨੇ ਹੋਰ ਮੈਂ ਸਾਰੇ ਹੀ ਕੰਮ ਛੱਡ ਦਿੱਤੇ ਨੇ। ਪੜ੍ਹਾਈ ਕਰਨੀ ਵੀ, ਹਠ ਯੋਗ ਦੇ ਸਾਧਨ ਕਰਨੇ ਵੀ ਸਾਰੇ ਛੱਡ ਦਿੱਤੇ ਨੇ। ਰਾਮ ਕਬੀਰਾ ਰਵ ਰਹੇ, ਕਬੀਰ ਭਗਤ ਜੀ ਸਿਰਫ ਵਾਹਿਗੁਰੂ ਦਾ ਨਾਮ ਸਿਮਰਨ ਕਰ ਰਹੇ ਨੇ।
ਇਹ ਸਿਮਰਨ ਭਗਤੀ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ। ਇਸ ਲਈ ਮੈਂ ਹੋਰ ਸਾਰੇ ਕੰਮ ਦੁਨੀਆ ਦੇ ਛੱਡ ਕੇ, ਕਿਉਂਕਿ ਮੈਨੂੰ ਪਤਾ ਲੱਗਿਆ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੀ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਭਜਨ ਕਰਨਾ, ਇਹ ਸਭ ਤੋਂ ਉੱਤਮ ਭਗਤੀ ਹੈ। ਕਬੀਰ ਪਰਦੇਸੀ ਕੈ ਕਾਗਰੈ, ਚੌਹ ਦਿਸ ਲਾਗੀ ਆਗ। ਲੋ ਭਗਤ ਕਬੀਰ ਜੀ ਦੇ ਸਮੇਂ ਕਾਂਸ਼ੀ ਦੇ ਵਿੱਚ ਕੋਈ ਸਾਧੂ ਆਇਆ ਅਤੇ ਉਸਨੇ ਬਹੁਤ ਲੰਬਾ ਅਤੇ ਵੱਡਾ ਚੋਲਾ ਪਾਇਆ ਹੋਇਆ ਸੀ, ਜਿਵੇਂ ਪੁਰਾਣੇ ਸਮੇਂ ਵਿੱਚ ਮਾਈਆਂ ਘੱਗਰੇ ਪਾਉਂਦੀਆਂ ਸਨ। ਅਤੇ ਹੁਣ ਉਹ ਚੋਲਾ ਵੀ ਘੱਗਰੇ ਵਰਗਾ ਹੀ ਸੀ। ਅਤੇ ਉਹ ਅਚਾਨਕ ਉਸ ਪਰਦੇਸੀ ਸਾਧੂ ਦੇ ਘੱਗਰੇ ਨੂੰ ਅੱਗ ਲੱਗ ਗਈ। ਅਤੇ ਫਿਰ ਕੀ ਹੋਇਆ, ਜੋ ਕੁਝ ਅੱਗੇ ਵਾਪਰਿਆ ਕਬੀਰ ਭਗਤ ਜੀ ਉਹਦਾ ਜ਼ਿਕਰ ਕਰਦੇ ਹਨ। ਕਬੀਰ ਪਰਦੇਸੀ ਕਾ ਘੱਗਰ, ਉਸ ਪਰਦੇਸੀ ਫਕੀਰ ਦੇ ਘੱਗਰੇ ਨੂੰ ਚਹੁੰ ਦਿਸ਼ ਲਾਗੀ ਅੱਗ, ਚਾਰੇ ਪਾਸਿਆਂ ਤੋਂ ਅੱਗ ਲੱਗ ਗਈ। ਔਰ ਉਹ ਉਸਦੇ ਜਦੋਂ ਘੱਗਰੇ ਨੂੰ, ਵੱਡੇ ਚੋਲੇ ਨੂੰ ਅੱਗ ਲੱਗੀ ਅਤੇ ਉਸ ਅੱਗ ਦੀ ਲਪੇਟ ਦੇ ਵਿੱਚ ਆ ਗਿਆ। ਖਿੰਥਾ ਜਲ ਕੋਇਲਾ ਭਈ, ਤਾਗੇ ਆਂਚ ਨਾ ਲਾਗ। ਜਿਹੜੀ ਉਹਦੇ ਖਿੰਥਾ ਦਾ ਅਰਥ ਵੀ ਗੋਦੜੀ ਪਾਈ ਹੋਈ ਸੀ, ਜਿਹੋ ਜਿਹਾ ਚੋਲਾ ਸੀ ਉਹਦੇ ਨਾਲ ਦੀ ਹੀ ਕਈ ਜਾਕਟ ਵੀ ਪਾ ਲੈਂਦੇ ਨੇ, ਉਸੇ ਰੰਗ ਦੀ, ਉਸੇ ਕੱਪੜੇ ਦੀ। ਹੁਣ ਜਿਹੋ ਜਿਹਾ ਉਹਨੇ ਵੱਡਾ ਚੋਲਾ ਪਾਇਆ ਸੀ, ਉਸੇ ਚੋਲੇ ਦੀ ਉਹਨੇ ਇੱਕ ਗੋਦੜੀ ਵੀ ਪਹਿਨੀ ਹੋਈ ਸੀ। ਲੋ ਭਗਤ ਜੀ ਕਹਿੰਦੇ ਨੇ ਉਹ ਘੱਗਰਾ ਵੀ ਸੜ ਕੇ ਸੁਆਹ ਹੋ ਗਿਆ, ਅਤੇ ਜਿਹੜੀ ਉਸ ਕੱਪੜੇ ਦੀ, ਘੱਗਰੇ ਦੇ ਨਾਲ ਦੀ ਜਿਹੜੀ ਖਿੰਥਾ ਗੋਦੜੀ ਪਾਈ ਸੀ, ਉਹ ਵੀ ਸੜ ਕੇ ਕੋਲੇ ਹੋ ਗਈ। ਤਾਗੇ ਆਂਚ ਨਾ ਲਾਗ, ਪਰ ਜਿਹੜਾ ਤਾਗਾ ਲੱਗਿਆ ਸੀ ਉਹ ਸੀਗਾ ਜਰੀਦਾਰ, ਉਹ ਸੀ ਰੇਸ਼ਮੀ, ਉਹਨੂੰ ਅੱਗ ਦਾ ਸੇਕ ਨਹੀਂ ਲੱਗਿਆ। ਤਾਗੇ ਬਚ ਗਏ ਅਤੇ ਉਹ ਕੱਪੜਾ ਸੜ ਕੇ ਸੁਆਹ ਹੋ ਗਿਆ। ਇੱਕ ਬਾਹਰਲਾ ਦ੍ਰਿਸ਼ਟਾਂਤ ਹੈ। ਇਸੇ ਤਰ੍ਹਾਂ ਅੰਤਰੀ ਭਾਵ ਇਹ ਹੈ, ਪਰਦੇਸੀ ਜੀਵ ਹੈ, ਇਹਦਾ ਘੱਗਰਾ ਸਰੀਰ ਹੈ, ਇਹਦੇ ਚਾਰੇ ਪਾਸਿਆਂ ਅੱਗ ਲੱਗੀ ਹੋਈ ਹੈ। 5 ਗਿਆਨ ਇੰਦਰੀਏ, 5 ਕਰਮ ਇੰਦਰੀਏ, ਇਹ ਵਿਸ਼ੇ ਵਾਸ਼ਨਾ ਦੀ ਅੱਗ ਦੇ ਨਾਲ ਸਾਡੇ ਸਰੀਰ ਨੂੰ ਸਾੜ ਰਹੇ ਨੇ। ਇਹ ਚਾਰੇ ਪਾਸਿਆਂ ਤੋਂ ਵਿਸ਼ੇ ਵਾਸ਼ਨਾ ਦੀ ਅੱਗ ਲੱਗੀ ਹੋਈ ਹੈ। ਖਿੰਥਾ ਜਲ ਕੋਇਲਾ ਪਈ, ਇਸ ਵਿਸ਼ੇ ਵਾਸ਼ਨਾ ਦੀ ਅੱਗ ਦੇ ਨਾਲ, ਖਿੰਥਾ ਤੋਂ ਭਾਵ ਹੈ ਸਾਡੀ ਦੇਹ ਰੂਪੀ ਗੋਦੜੀ, ਇਹ ਸੜ ਕੇ ਕੋਲਾ ਹੋ ਜਾਂਦੀ ਹੈ। ਤਾਗੇ ਆਂਚ ਨਾ ਲਾਗ, ਪਰ ਜਿਹੜਾ ਸਰੀਰ ਦੇ ਵਿੱਚ ਤਾਗਾ ਹੈ ਉਹ ਹੈ ਸੂਤਰ ਆਤਮਾ, ਜਿਸ ਨੂੰ ਆਪਾਂ ਰੂਹ, ਜਿੰਦ, ਜ਼ਮੀਰ ਕਹਿ ਸਕਦੇ ਹਾਂ। ਵੀ ਉਹਨੂੰ ਉਸ ਅੱਗ ਦਾ ਸੇਕ ਨਹੀਂ ਲੱਗਿਆ, ਨਾ ਹੀ ਆਤਮਾ ਨੂੰ ਬਾਹਰਲੀ ਅੱਗ ਦਾ ਸੇਕ ਪਾਉਂਦਾ ਹੈ, ਅਤੇ ਨਾ ਹੀ ਜਿਹੜੀ ਵਿਸ਼ੇ ਵਾਸ਼ਨਾ ਦੀ ਅੱਗ ਹੈ ਉਹ ਉਸ ਨੂੰ ਸਾੜ ਸਕਦੀ ਹੈ। ਅਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਰੀਰ ਦਾ ਮੋਹ ਛੱਡ ਦਿੰਦੇ ਨੇ, ਕਿਉਂਕਿ ਸਰੀਰ ਨੇ ਤਾਂ ਅੱਗ ਨਾਲ ਸੜ ਕੇ ਸੁਆਹ ਹੋ ਜਾਣਾ, ਅਤੇ ਉਹ ਆਤਮਕ ਜੀਵਨ ਦੇ ਨਾਲ ਪਿਆਰ ਕਰਦੇ ਨੇ। ਆਤਮਕ ਜੀਵਨ ਉਹ ਤਾਗਾ ਹੈ ਜਿਹਨੂੰ ਕਾਲ ਦੀ ਅੱਗ ਵੀ ਸਾੜ ਨਹੀਂ ਸਕਦੀ, ਮੌਤ ਦੀ ਅੱਗ ਵੀ ਜਿਸ ਨੂੰ ਸਾੜ ਨਹੀਂ ਸਕਦੀ। ਅਤੇ ਉਹ ਗੁਰਮੁਖ ਪਿਆਰੇ ਆਤਮਕ ਜੀਵਨ ਵਿੱਚ ਜਿਉਂਦੇ ਹਨ। ਕਬੀਰ ਖਿੰਥਾ ਜਲ ਕੋਇਲਾ ਭਈ, ਖਾਪਰ ਫੂਟ ਮਫੂਟ। ਉਹ ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਪਰਦੇਸੀ ਆਦਮੀ ਸੀ, ਇਹਦੀ ਖਿੰਥਾ ਦਾ ਅਰਥ ਹੈ ਗੋਦੜੀ, ਸੜ ਕੇ ਕੋਲਾ ਹੋ ਗਈ। ਖਾਪਰ ਫੂਟ ਮਫੂਟ, ਉਹਦੇ ਕੋਲੇ ਇੱਕ ਖੱਪਰ ਸੀ, ਭਿੱਖਿਆ ਪਾਤਰ ਸੀ। ਕਈ ਜਿਹੜੇ ਸਾਧੂ ਸਨ ਭਿੱਖਿਆ ਪਾਤਰ ਰੱਖਦੇ ਸਨ। ਇੱਕ ਉਹ ਚਿੱਪੀ ਵੀ, ਜਿਹਨੂੰ ਖੱਪਰ ਕਹਿੰਦੇ ਸਨ। ਅਤੇ ਉਹ ਚਿੱਪੀ ਇੱਕ ਫਲ ਹੁੰਦਾ ਹੈ, ਉਹਨੂੰ ਵਿਚਾਲਿਓਂ ਚੀਰ ਕੇ ਅਤੇ ਉਹਨੂੰ ਉਹ ਖੱਪਰ ਬਣਾ ਲੈਂਦੇ ਸਨ। ਯੋਗੀ ਵੀ ਖੱਪਰ ਰੱਖਦੇ ਸਨ, ਕਈ ਫਕੀਰ ਵੀ, ਸਾਧੂ ਵੀ ਖੱਪਰ ਰੱਖਦੇ ਸਨ। ਖੱਪਰ ਤੋਂ ਭਾਵ ਭਿੱਖਿਆ ਪਾਤਰ ਦੀ ਹੈ। ਬਈ ਵੇਖ ਲਓ, ਇਸ ਫਕੀਰ ਦੀ ਖਿੰਥਾ ਗੋਦੜੀ ਸੜ ਕੇ ਕੋਲਾ ਹੋ ਗਈ ਹੈ, ਅਤੇ ਜਿਹੜਾ ਉਸਦਾ ਖੱਪਰ ਸੀ ਉਹ ਵੀ ਫੁੱਟ ਕੇ ਮਫੂਟ, ਬਿਲਕੁਲ ਨੇਸ ਤੋਂ ਨਾਬੂਦ ਹੋ ਗਿਆ। ਜਾਂ ਫੂਟ ਮਫੂਟ ਦਾ ਅਰਥ ਇਹ ਵੀ ਕੀਤਾ ਹੈ ਵੀ ਟੁਕੜੇ ਟੁਕੜੇ ਹੋ ਗਿਆ, ਖੱਪਰ ਵੀ ਟੁਕੜੇ ਟੁਕੜੇ ਹੋ ਗਿਆ। ਤੀਜਾ ਅਰਥ ਇਹ ਵੀ ਮਹਾਂਪੁਰ ਕਰਦੇ ਸਨ, ਖਾਪਰ ਫੂਟ ਮਫੂਟ, ਜਿਸ ਖੱਪਰ ਨੂੰ ਉਹ ਆਫੂਟ
ਫੁੱਟਣ ਤੋਂ ਰਹਿਤ ਮੰਨਦਾ ਸੀ ਵੀ ਇਹ ਮੇਰਾ ਭਿਖਿਆ ਪਾਤਰ ਕਦੀ ਟੁੱਟ ਨਹੀਂ ਸਕਦਾ, ਉਹ ਵੀ ਫੁੱਟ ਗਿਆ। ਗੋਦੜੀ ਵੀ ਸੜ ਕੇ ਸੁਆਹ ਹੋ ਗਈ ਹੈ ਅਤੇ ਜੋਗੀ ਦਾ, ਫਕੀਰ ਦਾ ਜਿਹੜਾ ਭਿਖਿਆ ਪਾਤਰ ਸੀ ਉਹ ਵੀ ਟੁੱਟ ਕੇ ਟੁਕੜੇ ਟੁਕੜੇ ਹੋ ਗਿਆ। ਜੋਗੀ ਬਪੜਾ ਖੇਲਿਓ ਆਸਨ ਰਹੀ ਵਿਪੂਤ। ਉਹ ਜੋਗੀ ਵਿਚਾਰਾ ਜ਼ਿੰਦਗੀ ਦੀ ਖੇਡ ਖੇਡ ਕੇ ਚਲਿਆ ਗਿਆ। ਬਪੜਾ ਦਾ ਅਰਥ ਵੀ ਵਿਚਾਰਾ ਤਰਸ ਦੇ ਨਾਲ ਕਹਿੰਦੇ ਨੇ। ਉਹ ਜੋਗੀ ਵਿਚਾਰਾ ਜ਼ਿੰਦਗੀ ਦੀ ਖੇਡ ਖੇਡ ਕੇ ਚਲਿਆ ਗਿਆ। ਆਸਨ ਰਹੀ ਵਿਪੂਤ, ਜਿੱਥੇ ਉਹ ਆਸਣ ਲਾ ਕੇ ਬੈਠਾ ਸੀ ਉੱਥੇ ਸੁਆਹ ਪਈ ਰਹਿ ਗਈ। ਜਿਹੜੀ ਸੁਆਹ ਸਰੀਰ 'ਤੇ ਮਲਦਾ ਸੀ ਉਹ ਸੁਆਹ ਪਈ ਰਹਿ ਗਈ। ਅਥਵਾ ਜਦੋਂ ਉਹਨੂੰ ਸ਼ਮਸ਼ਾਨ ਘਾਟ ਦੇ ਵਿੱਚ ਲਿਜਾ ਕੇ ਸਾੜਿਆ ਗਿਆ, ਜਿੱਥੇ ਉਸ ਨੂੰ ਲਟਾਇਆ ਗਿਆ, ਜਿੱਥੇ ਉਹਦਾ ਆਸਨ ਤਿਆਰ ਕੀਤਾ ਗਿਆ, ਚਿਖਾ ਬਣਾਈ ਗਈ, ਉੱਥੇ ਇਕੱਲੀ ਸੁਆਹ ਹੀ ਰਹਿ ਗਈ, ਹੋਰ ਉੱਥੇ ਕੱਖ ਨਾ ਬਚਿਆ। ਇਸੇ ਤਰ੍ਹਾਂ ਅੰਤਰੀਵ ਅਰਥ ਵੀ ਮਹਾਂਪੁਰ ਕਰਦੇ ਸਨ। ਇਹ ਜੋਗੀ ਜੀਵ ਹੈ। ਕਬੀਰ ਖਿੰਥਾ ਜਲ ਕੋਇਲਾ ਪਈ, ਇਹਦੀ ਸਰੀਰ ਰੂਪੀ ਗੋਦੜੀ ਸੜ ਕੇ ਕੋਲਾ ਬਣ ਜਾਂਦੀ, ਸੁਆਹ ਬਣ ਜਾਂਦੀ ਹੈ। ਖਾਪਰ ਫੂਟ ਮਫੂਟ, ਜਿਹੜਾ ਖੱਪਰ ਤੋਂ ਭਾਵ ਹੈ ਉਹਦਾ ਹਿਰਦਾ ਰੂਪੀ ਖੱਪਰ ਅਥਵਾ ਅੰਤःਕਰਨ ਰੂਪੀ ਖੱਪਰ ਭਿਖਿਆ ਪਾਤਰ, ਉਹ ਵੀ ਫੁੱਟ ਕੇ ਟੁਕੜੇ ਟੁਕੜੇ ਹੋ ਗਿਆ। ਜੋਗੀ ਬਪਰਾ ਖੇਲਿਓ, ਜੋਗੀ ਜੀਵ ਵਿਚਾਰਾ ਜ਼ਿੰਦਗੀ ਦੀ ਖੇਡ ਖੇਡ ਕੇ ਇੱਥੋਂ ਚਲਿਆ ਗਿਆ। ਆਸਨ ਰਹੀ ਬਪੂਤ, ਉਹਦੇ ਆਸਨ 'ਤੇ ਬਪੂਤੀ ਸੁਆਹ ਰਹਿ ਗਈ। ਇਹਦਾ ਮਤਲਬ ਇਹ ਹੈ ਸਰੀਰ ਨਾਸਵੰਤ ਹੈ ਅਤੇ ਇਹ ਇੱਥੇ ਖਾਕ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ ਅਤੇ ਆਤਮਾ ਅਮਰ ਹੈ। ਜੀਵ ਆਤਮਾ ਮਰ ਨਹੀਂ ਸਕਦੀ ਅਤੇ ਉਹ ਅੱਗੇ ਪਰਲੋਕ ਨੂੰ ਚਲੀ ਗਈ ਹੈ। ਕਬੀਰ ਥੋਰੈ ਜਲ ਮਾਸ਼ੁਲੀ ਝੀਵਰ ਮੇਲਿਓ ਜਾਲ। ਲੋ ਭਗਤ ਕਬੀਰ ਜੀ ਕਹਿੰਦੇ ਕਈ ਇਹੋ ਜਿਹੇ ਲੋਕ ਨੇ ਜਿਹੜੀਆਂ ਗਰਜ਼ਾਂ ਦੇ ਮਾਰੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਕੋਈ ਪੀਰਾਂ ਫਕੀਰਾਂ ਨੂੰ ਮੰਨਦਾ ਫਿਰਦਾ, ਕੋਈ ਕਬਰਾਂ ਮੜੀਆਂ 'ਤੇ ਜਾ ਕੇ ਦੀਵੇ ਜਗਾਉਂਦਾ ਫਿਰਦਾ, ਕੋਈ ਦੇਹ ਤਾਰੀ ਦੰਭੀਆਂ ਪਖੰਡੀਆਂ ਕੋਲ ਜਾ ਕੇ ਆਪਣਾ ਸਰਮਾਇਆ ਲਟਾਉਂਦਾ ਫਿਰਦਾ ਹੈ। ਪਰ ਭਗਤ ਜੀ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ, ਕਬੀਰ ਥੋੜ੍ਹਾ ਜਲ ਮਾਛਲੀ, ਜਿਵੇਂ ਕੋਈ ਮੱਛੀ ਥੋੜ੍ਹੇ ਪਾਣੀ ਦੇ ਵਿੱਚ ਰਹਿੰਦੀ ਹੋਵੇ, ਚੀਵਰ ਮੇਲਿਓ ਜਾਲ, ਜਿਵੇਂ ਖਾਸ ਕਰਕੇ ਇੱਕ ਉਹ ਸਰਕਾਰ ਦੀ ਸਕੀਮ ਵੀ ਹੈ ਮੱਛੀ ਪਾਲਣ ਸਕੀਮ। ਪਿੰਡਾਂ ਦੇ ਜਿਹੜੇ ਛੱਪੜ ਨੇ, ਢਾਬ ਨੇ, ਉਹਨਾਂ ਵਿੱਚ ਪਾਣੀ ਭਰ ਕੇ ਮੱਛੀਆਂ ਪਾਲਦੇ ਨੇ। ਜਦੋਂ ਜੀਅ ਕਰਦਾ ਹੈ ਅਤੇ ਉੱਥੇ ਜਾਲ ਪਾ ਕੇ ਮੱਛੀਆਂ ਨੂੰ ਫੜ ਵੀ ਲੈਂਦੇ ਨੇ, ਫੜ ਕੇ ਵੇਚ ਦਿੰਦੇ ਨੇ। ਲੋਕ ਭਗਤ ਜੀ ਕਹਿੰਦੇ ਨੇ ਜਿਵੇਂ ਥੋੜ੍ਹੇ ਪਾਣੀ ਦੇ ਵਿੱਚ ਮੱਛੀ ਹੋਵੇ ਅਤੇ ਜਿਹੜਾ ਚੀਵਰ ਸ਼ਿਕਾਰੀ ਹੈ ਉੱਥੇ ਜਦੋਂ ਜੀਅ ਕਰਦਾ ਆ ਕੇ ਜਾਲ ਪਾ ਲੈਂਦਾ ਹੈ ਅਤੇ ਮੱਛੀਆਂ ਨੂੰ ਪਕੜ ਕੇ ਲੈ ਜਾਂਦਾ ਹੈ। ਇਹ ਟੋਗਨੈ ਨਾ ਛੂਟ ਸਹਿ ਫਿਰ ਕਰ ਸਮੁੰਦ ਸੰਭਾਲ। ਕਬੀਰ ਭਗਤ ਜੀ ਕਹਿੰਦੇ ਨੇ ਮੱਛੀ ਰੂਪ ਜੀਵ ਨੂੰ ਵੀ ਇਹ ਮੱਛੀ ਤੂੰ ਇਸ ਟੋਭੇ ਦੇ ਵਿੱਚ, ਛੱਪੜ ਦੇ ਵਿੱਚ ਛੁੱਟ ਨਹੀਂ ਸਕੇਂਗੀ, ਉਸ ਸ਼ਿਕਾਰੀ ਦੇ ਜਾਲ ਤੋਂ ਬਚ ਨਹੀਂ ਸਕੇਂਗੀ। ਜੇ ਤੂੰ ਬਚਣਾ ਹੈ ਫਿਰ ਕਰ ਸਮੁੰਦ ਸੰਭਾਲ, ਫਿਰ ਮੁੜ ਕੇ ਸਮੁੰਦਰ ਨੂੰ ਸੰਭਾਲ। ਜਿਵੇਂ ਸਮੁੰਦਰ ਦੇ ਨਾਲ ਵੀ ਛੋਟੇ ਛੋਟੇ ਤਲਾਅ ਹੁੰਦੇ ਨੇ। ਕਈ ਵਾਰੀ ਜਦੋਂ ਸਮੁੰਦਰ ਉਛਲਦਾ ਹੈ ਅਤੇ ਨੀਵੀਂ ਥਾਵਾਂ 'ਤੇ ਪਾਣੀ ਖਲੋ ਜਾਂਦਾ ਹੈ, ਉੱਥੇ ਫਿਰ ਮੱਛੀਆਂ ਵੀ ਸਮੁੰਦਰ ਦੀਆਂ ਪਹੁੰਚ ਜਾਂਦੀਆਂ ਨੇ। ਅਤੇ ਜਿਹੜੀਆਂ ਟੋਭਿਆਂ ਵਿੱਚ ਮੱਛੀਆਂ ਹੁੰਦੀਆਂ ਨੇ ਉਹਨਾਂ ਨੂੰ ਸ਼ਿਕਾਰੀ ਜਦੋਂ ਮਰਜ਼ੀ ਜਾਲ ਪਾ ਕੇ ਫੜ ਲੈਂਦੇ ਨੇ। ਭਗਤ ਜੀ ਉਹਨਾਂ ਨੂੰ ਸਲਾਹ ਦਿੰਦੇ ਨੇ, ਨੇਕ ਸਲਾਹ, ਮੱਛੀ ਨੂੰ ਵੀ ਤੂੰ ਮੁੜ ਕੇ ਸਮੁੰਦਰ ਨੂੰ ਸੰਭਾਲ। ਸਮੁੰਦਰ ਦੇ ਵਿੱਚੋਂ ਮੱਛੀ ਫੜਨੀ ਸੌਖਾ ਕੰਮ ਨਹੀਂ ਹੁੰਦਾ, ਬੜੀ ਮਿਹਨਤ ਕਰਨੀ ਪੈਂਦੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਜਿਹੜੇ ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਹੈ, ਮੜੀਆਂ ਮਸਾਣੀਆਂ ਦੀ ਪੂਜਾ ਹੈ, ਦੇਹ ਧਾਰੀਆਂ ਦੀ ਜਿਹੜੀ ਕੋਈ ਮਨਾਵਤ ਹੈ, ਇਹ ਤਾਂ ਜਿਵੇਂ ਥੋੜ੍ਹੇ ਪਾਣੀ ਵਾਲੇ ਛੱਪੜ ਨੇ। ਇਹਦੇ ਵਿੱਚ ਤਾਂ ਜਦੋਂ ਮਰਜ਼ੀ ਕਾਲ ਰੂਪੀ ਸ਼ਿਕਾਰੀ ਨੇ ਆ ਕੇ ਜਾਲ ਪਾ ਕੇ ਤੁਹਾਨੂੰ ਫਾਹ ਲੈਣਾ। ਇਸ ਟੋਭੇ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਦੇਵੀ ਦੇਵਤਿਆਂ ਦੀਆਂ ਉਪਾਸਨਾ ਕਰਕੇ, ਮੜੀਆਂ ਮਸਾਣੀਆਂ ਨੂੰ ਪੂਜ ਕੇ ਤੁਸੀਂ ਮੌਤ ਤੋਂ ਬਚ ਨਹੀਂ ਸਕੋਗੇ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ। ਕੀ ਇਹ ਰਾਮ ਰਹੀਮ, ਇਹ ਵੀ ਟੋਭੇ ਨੇ। ਰਾਮ ਰਹੀਮ ਉਬਾਰ ਨਾ ਸਕੈ ਜਾ ਕਰ ਨਾਮ ਰਟੈ ਹੈ,
ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਭੈ ਹੈ। ਇਹ ਸਾਰੇ ਛੱਪੜ ਨੇ, ਜਿੰਨੇ ਵੀ ਦੇਵੀ ਦੇਵਤੇ ਨੇ ਇਹ ਛੱਪੜ ਵਾਂਗ ਨੇ। ਇਹਨਾਂ ਦਾ ਖਹਿੜਾ ਛੱਡੋ ਤੇ ਵਾਹਿਗੁਰੂ ਸਮੁੰਦਰ ਵਾਂਗੂ ਹੈ। ਉਹਦੇ ਨਾਲ ਸਮੁੰਦਰ ਨੂੰ ਯਾਦ ਕਰੋ, ਸਮੁੰਦਰ ਦੇ ਨਾਲ ਨਾਤਾ ਗੰਢੋ, ਸਮੁੰਦਰ ਵਿੱਚ ਜਾ ਕੇ ਰਲ ਜਾਓ, ਫਿਰ ਤੁਸੀਂ ਕਾਲ ਦੇ ਜਾਲ ਤੋਂ ਬਚ ਸਕਦੇ ਹੋ। ਕਬੀਰ ਸਮੁੰਦ ਨਾ ਛੋਡੀਐ, ਜੋ ਅਤ ਖਾਰੋ ਹੋਏ। ਅੱਗੋਂ ਮੱਛੀ ਨੇ ਆਖਿਆ, ਕਬੀਰ ਜੀ ਨੂੰ, ਭਗ ਜੀ ਤੁਸੀਂ ਕਹਿੰਦੇ ਹੋ ਬਈ ਤੂੰ ਛੱਪੜ ਦਾ ਪੋਖਰ ਦਾ ਖਹਿੜਾ ਛੱਡ ਤੇ ਤੂੰ ਸਮੁੰਦਰ ਦੇ ਨਾਲ ਪ੍ਰੇਮ ਕਰ। ਸਮੁੰਦਰ ਦਾ ਤੇ ਪਾਣੀ ਬੜਾ ਖਾਰਾ ਹੁੰਦਾ, ਉਹ ਤੇ ਪੀਣ ਦੇ ਵੀ ਕਾਬਲ ਨਹੀਂ ਹੁੰਦਾ। ਸਮੁੰਦਰ ਵਿੱਚ ਜਾ ਕੇ ਕੀ ਕਰਾਂਗੇ? ਤਾਂ ਅੱਗੋਂ ਭਗਤ ਕਬੀਰ ਜੀ ਦੱਸਦੇ ਨੇ, ਸਮੁੰਦਰ ਵਿੱਚ ਜਾ ਕੇ ਤੁਹਾਨੂੰ ਕੀ ਪ੍ਰਾਪਤ ਹੋਵੇਗਾ। ਕਬੀਰ ਸਮੁੰਦਰ ਨਾ ਛੋਡੀਏ। ਮੱਛੀ ਨੂੰ ਕਹਿੰਦੇ ਨੇ, ਮੱਛੀ ਤੂੰ ਸਮੁੰਦਰ ਦਾ ਮੋਹ ਨਾ ਛੱਡ। ਜੋ ਅਤ ਖਾਰੋ ਹੋਏ, ਭਾਵੇਂ ਸਮੁੰਦਰ ਦਾ ਪਾਣੀ ਬਹੁਤ ਖਾਰਾ ਹੁੰਦਾ ਹੈ, ਨਮਕੀਨ ਹੁੰਦਾ ਹੈ, ਪੀਣ ਦੇ ਕਾਬਲ ਵੀ ਨਹੀਂ ਹੁੰਦਾ, ਪਰ ਫਿਰ ਵੀ ਸਮੁੰਦਰ ਦਾ ਪ੍ਰੇਮ ਛੱਡਣਾ ਨਹੀਂ ਚਾਹੀਦਾ। ਪੋਖਰ ਪੋਖਰ ਢੂੰਡਤੇ, ਭਲੋ ਨਾ ਕਹਿ ਕੋਏ। ਕਿਉਂ? ਜਿਹੜੇ ਪੋਖਰ ਦਾ ਅਰਥ ਛੱਪੜ ਹੈ, ਟੋਭਾ ਹੈ। ਜਿਹੜਾ ਪੋਖਰ ਕਾਂਸ਼ੀ ਦੇ ਇਲਾਕੇ ਵਿੱਚ ਟੋਭੇ ਨੂੰ, ਛੱਪੜ ਨੂੰ ਪੋਖਰ ਕਹਿੰਦੇ ਨੇ। ਵੀ ਪੋਖਰ ਢੂੰਡਦੇ, ਹਰ ਇੱਕ ਛੱਪੜ ਦੇ ਵਿੱਚ, ਟੋਭੇ ਦੇ ਵਿੱਚ ਵੀ ਜਦੋਂ ਅਸੀਂ ਸੁੱਖ ਭਾਲਦੇ ਫਿਰਦੇ ਹਾਂ, ਉਥੋਂ ਕੁਝ ਨਹੀਂ ਮਿਲੇਗਾ। ਭਲੋਂ ਨਾ ਕਹਿ ਹੈ ਕੋਈ, ਇਸ ਗੱਲ ਨੂੰ ਕੋਈ ਚੰਗਾ ਨਹੀਂ ਆਖੇਗਾ। ਜੇ ਹੁਣ ਮੱਛੀ ਸਮੁੰਦਰ ਨੂੰ ਛੱਡ ਕੇ ਟੋਭਿਆਂ ਵਿੱਚ, ਛੱਪੜਾਂ ਦੇ ਵਿੱਚ ਟੱਕਰਾਂ ਮਾਰੇਗੀ, ਜਦੋਂ ਮਰਜੀ ਕਾਲ ਰੂਪੀ ਸ਼ਿਕਾਰੀ ਜਾਲ ਪਾ ਕੇ ਉਸ ਨੂੰ ਫਸਾ ਲਵੇਗਾ। ਪਰ ਜੇ ਉਹ ਸਮੁੰਦਰ ਦੇ ਵਿੱਚ ਚਲੀ ਗਈ ਤੇ ਸਮੁੰਦਰ ਫਿਰ ਬਹੁਤ ਵਿਸ਼ਾਲ ਹੁੰਦਾ ਹੈ, ਉੱਥੇ ਕੋਈ ਸ਼ਿਕਾਰੀ ਉਸ ਨੂੰ ਪਕੜ ਨਹੀਂ ਸਕਦਾ। ਉਹ ਕਾਲ ਤੋਂ ਬਚ ਸਕਦੀ ਹੈ, ਮੌਤ ਤੋਂ ਬਚ ਸਕਦੀ ਹੈ। ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ, ਸਮੁੰਦਰ ਵਾਂਗੂ ਵਾਹਿਗੁਰੂ ਪਰਮੇਸ਼ਰ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨੈਕਸੀ ਫੂਟ ਮਰਾਂ। ਜੀ ਮੱਛੀ ਵਾਂਗ ਹੈ, ਵਾਹਿਗੁਰੂ ਸਮੁੰਦਰ ਵਾਂਗ ਹੈ। ਪਰ ਸਮੁੰਦਰ ਦਾ ਨਾਤਾ, ਸਮੁੰਦਰ ਦਾ ਮੋਹ, ਸਮੁੰਦਰ ਦਾ ਪਿਆਰ ਸਾਨੂੰ ਕਦੀ ਵੀ ਛੱਡਣਾ ਨਹੀਂ ਚਾਹੀਦਾ। ਜੋ ਅਤ ਖਾਰੋ ਹੋਏ। ਠੀਕ ਹੈ, ਵਾਹਿਗੁਰੂ ਦੀ ਭਗਤੀ ਕਰਨੀ ਬੜੀ ਕਠਿਨ ਹੈ, ਭਾਣਾ ਮੰਨਣਾ ਬੜਾ ਔਖਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਗੱਲਾਂ ਬੜੀਆਂ ਔਖਾ ਨੇ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਇਹ ਵੀ ਲਿਖਿਆ ਹੈ, ਕਬੀਰ ਚਤੁਰਾਈ ਅਤ ਕਨੀ, ਹਰ ਜਪ ਹਿਰਦੈ ਮਾਹੇ, ਸੂਰੀ ਉੱਪਰ ਖੇਲਣਾ ਗਿਰਿਆ ਤਾਂ ਠਾਹਰ ਨਾਹੀਂ। ਇਹ ਸੂਲੀ ਦੇ ਉੱਤੇ ਖੇਡਣ ਵਾਲੀ ਗੱਲ ਹੈ ਭਗਤੀ ਕਰਨੀ। ਭਗਤ ਜੀ ਕਹਿੰਦੇ ਨੇ, ਜੇ ਸਮੁੰਦਰ ਖਾਰਾ ਵੀ ਹੈ ਤਾਂ ਵੀ ਭਾਈ ਇਹਦਾ ਮੋਹ ਪਿਆਰ ਛੱਡਣਾ ਨਹੀਂ ਚਾਹੀਦਾ। ਪਰਮੇਸ਼ਰ ਦੇ ਨਾਲ ਜੁੜੇ ਰਹੋ। ਪੋਖਰ ਢੂੰਡਤੇ, ਭਲੋ ਨਾ ਕਹਿ ਕੋਏ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਜਦੋਂ ਤੁਸੀਂ ਪੋਖਰ ਵਾਂਗੂ ਜਿਹੜੇ ਕੋਈ ਹੋਰ ਦੇਵੀ ਦੇਵਤੇ ਨੇ, ਦੇਹਧਾਰੀ ਲੋਕਾਂ ਦੇ ਜਿਹੜੇ ਕੋਈ ਆਸ਼ਰਮ ਬਣੇ ਹੋਏ ਨੇ, ਉਹ ਵੀ ਛੱਪੜ ਨੇ, ਉਹ ਵੀ ਟੋਭੇ ਨੇ, ਤੇ ਪਖੰਡੀਆਂ ਦੇ ਕੋਲ ਜਾ ਕੇ ਤੁਸੀਂ ਉੱਥੇ ਜੇ ਆਤਮਿਕ ਸੁੱਖ ਜਾਂ ਮੁਕਤੀ ਦਾ ਸੁੱਖ ਪਾਲੋ ਨਹੀਂ ਮਿਲੇਗਾ, ਤੇ ਇਸ ਗੱਲ ਨੂੰ ਕੋਈ ਚੰਗਾ ਵੀ ਨਹੀਂ ਆਖੇਗਾ। ਅਥਵਾ ਸਮੁੰਦਰ ਵਾਂਗੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਗੁਰੂ ਘਰ ਸਮੁੰਦਰ ਨੇ, ਗੁਰੂ ਦੀ ਬਾਣੀ ਸਮੁੰਦਰ ਹੈ। ਤੇ ਤੁਸੀਂ ਬਾਣੀ ਦੀ ਓਟ ਲਵੋ, ਤੇ ਜੇ ਤੁਸੀਂ ਬਾਣੀ ਨੂੰ ਛੱਡ ਕੇ ਹੋਰ ਜੰਤਰਾਂ ਮੰਤਰਾਂ ਦੇ ਵਿੱਚ, ਤਾਗੇ ਤਵੀਤਾਂ ਦੇ ਵਿੱਚ ਪੈ ਜਾਓਗੇ, ਤੇ ਤੁਹਾਨੂੰ ਕੋਈ ਚੰਗਾ ਨਹੀਂ ਆਖੇਗਾ। ਤੁਸੀਂ ਗੁਰੂ ਦੇ ਸਿੱਖ ਨਹੀਂ ਸਦਵਾ ਸਕੋਗੇ। ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਰੱਖਣਾ ਚਾਹੀਦਾ ਹੈ, ਤੇ ਅਕਾਲ ਪੁਰਖ ਵਾਹਿਗੁਰੂ 'ਤੇ ਟੇਕ ਰੱਖਣੀ ਚਾਹੀਦੀ ਹੈ। ਕਲਗੀਧਰ ਪਾਤਸ਼ਾਹ ਨੇ ਅੰਤਮ ਸਮੇਂ ਖਾਲਸੇ ਨੂੰ 3 ਬਚਨ ਕਹੇ ਸਨ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ ਚਾਹੀਦਾ। ਇਸ ਲਈ ਸਾਨੂੰ ਅਕਾਲ ਦੇ ਪੁਜਾਰੀ ਬਣਾਇਆ ਅਤੇ ਸਾਨੂੰ ਅਕਾਲ ਦੇ ਪੁਜਾਰੀ ਬਣਨਾ ਚਾਹੀਦਾ। ਇਹ ਹੈ ਭਗਤ ਕਬੀਰ ਜੀ ਦੀ ਬਾਣੀ ਦੀ ਸਿੱਖਿਆ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਸਮੁੰਦ ਨਾ ਛੋਡੀਐ, ਜੋ ਅਤ ਖਾਰੋ ਹੋਏ।
ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।